वेलकम टू एक्सीलेटर क्लासेस। ਅਸੀਂ ਇਸ ਕਲਾਸ ਦੇ ਵਿੱਚ ਚੈਪਟਰ ਡਿਸਕਸ ਕਰ ਰਹੇ ਹਾਂ ਥਰਮੋਡਾਇਨਮਿਕਸ ਤੇ ਥਰਮੋਡਾਇਨਮਿਕਸ ਦੇ ਵਿੱਚ ਅਜੇ ਤੱਕ ਅਸੀਂ ਦੇਖ ਚੁੱਕੇ ਹਾਂ ਕਿ ਥਰਮੋਡਾਇਨਮਿਕ ਪ੍ਰੋਸੈਸ ਕੀ ਹੁੰਦੇ ਆ, ਇਕੁਇਲਿਬਰੀਅਮ ਕੀ ਹੁੰਦਾ ਵਾ, ਜ਼ੀਰੋਥ ਲਾ ਕੀ ਹੁੰਦਾ ਵਾ, ਫਸਟ ਲਾ ਆਫ ਥਰਮੋਡਾਇਨਮਿਕਸ ਕੀ ਆ ਤੇ ਅਸੀਂ ਐਪਲੀਕੇਸ਼ਨ ਆਫ ਥਰਮੋਡਾਇਨਮਿਕਸ ਦੀ ਜਿਹੜੀ ਪਹਿਲੇ ਨਿਯਮ ਦੀ ਉਹ ਕਰ ਚੁੱਕੇ ਹਾਂ। ਅੱਜ ਅਸੀਂ ਦੇਖਾਂਗੇ ਕਿ ਇਹ ਜਿਹੜੇ ਥਰਮੋਡਾਇਨਮਿਕ ਪ੍ਰੋਸੈਸ ਆ ਇਹ ਕਿੰਨੀ ਤਰ੍ਹਾਂ ਦੇ ਹੋ ਸਕਦੇ ਆ। ਅਸੀਂ ਇਹਨਾਂ ਨੂੰ ਕੁਝ ਵੱਖ-ਵੱਖ ਪੈਰਾਮੀਟਰਸ ਦੇ ਆਧਾਰ ਤੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ਤੇ ਅਸੀਂ ਇਹਨਾਂ ਪ੍ਰੋਸੈਸਸ ਨੂੰ ਵੰਡਿਆ ਹੋਇਆ ਵਾ। ਜਿਵੇਂ ਸਾਡੇ ਕੋਲੋਂ ਥਰਮੋਡਾਇਨਮਿਕ ਪ੍ਰੋਸੈਸ ਆ, ਥਰਮੋਡਾਇਨਮਿਕ ਪ੍ਰੋਸੈਸ ਜਾਂ ਸਿਸਟਮ, ਅਸੀਂ ਸਿਸਟਮ ਵੀ ਕਹਿ ਸਕਦੇ ਹਾਂ ਕਿ ਥਰਮੋਡਾਇਨਮਿਕ ਸਿਸਟਮ। ਤੇ ਥਰਮੋਡਾਇਨਮਿਕ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਡਿਸਕਸ ਕਰਦੇ ਹਾਂ, ਜਿਵੇਂ ਮੈਂ ਕਿਹਾ ਵਾ ਕਿ ਵੱਖ-ਵੱਖ ਪੈਰਾਮੀਟਰਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਕੀ ਆ ਅਲੱਗ ਕੀਤਾ ਹੋਇਆ ਵਾ। ਆਈਸੋਥਰਮਲ ਸਿਸਟਮ, ਆਈਸੋਥਰਮਲ ਸਿਸਟਮ ਕਿਹੜਾ ਹੁੰਦਾ ਵਾ, ਕਿਹੜੇ ਥਰਮੋਡਾਇਨਮਿਕ ਸਿਸਟਮ ਨੂੰ ਆਪਾਂ ਆਈਸੋਥਰਮਲ ਬੋਲਿਆ ਜਾਏਗਾ ਜਾਂ ਬੋਲ ਸਕਦੇ ਹਾਂ। ਦੇਖੋ ਸਾਡੇ ਕੋਲੋਂ ਇੱਕ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਚੀਜ਼ਾਂ ਵਾ, ਪ੍ਰੈਸ਼ਰ ਆ, ਵੋਲੀਅਮ ਆ, ਟੈਂਪਰੇਚਰ ਆ, ਹੀਟ ਆ, ਇੰਟਰਨਲ એનર્ਜੀ ਆ ਜਿਹੜੀ ਕਿ ਕੀ ਆ ਇਹਨਾਂ ਦੇ ਨਾਲ ਹੀ ਜੁੜੀ ਹੋਈ ਆ। ਹੁਣ ਦੇਖੋ ਜੇਕਰ ਅਸੀਂ ਕਹਿੰਦੇ ਆ ਕਿ ਕਿਸੇ ਸਿਸਟਮ ਦੇ ਵਿੱਚ ਕੋਈ ਥਰਮੋਡਾਇਨਮਿਕ ਸਿਸਟਮ ਆ ਜਿਹਦੇ ਵਿੱਚ ਕੀ ਆ ਟੈਂਪਰੇਚਰ ਕਾਂਸਟੈਂਟ ਆ, ਟੈਂਪਰੇਚਰ ਕਾਂਸਟੈਂਟ ਆ ਤੇ ਇਹ ਬਾਕੀ ਜਿਹੜੇ ਪੈਰਾਮੀਟਰਸ ਆ ਜਿਵੇਂ ਪ੍ਰੈਸ਼ਰ, ਵੋਲੀਅਮ ਤੇ ਹੀਟ, ਇਹ ਕੀ ਆ ਇਹ ਵੇਰੀ ਕਰ ਸਕਦੇ ਆ। ਮਤਲਬ ਜ਼ਰੂਰੀ ਨਹੀਂ ਆ ਕਿ ਇਹ ਸਾਰੇ ਵੇਰੀ ਕਰ ਸਕਦੇ ਆ, ਮੇ ਬੀ ਇਹ ਵੇਰੀ ਕਰ ਸਕਦੇ ਆ, ਇਹਨਾਂ ਚੋਂ ਕੋਈ ਇੱਕ ਪੈਰਾਮੀਟਰ ਕਾਂਸਟੈਂਟ ਰਹਿ ਸਕਦਾ, ਕੋਈ ਵੇਰੀਏਬਲ ਹੋ ਸਕਦਾ। ਪਰ ਆਈਸੋਥਰਮਲ ਸਿਸਟਮ ਉਹਨੂੰ ਕਿਹਾ ਜਾਏਗਾ ਜਿਹਦੇ ਵਿੱਚ ਟੈਂਪਰੇਚਰ ਜਿਹੜਾ ਵਾ ਉਹ ਕਾਂਸਟੈਂਟ ਰਹੇਗਾ ਤੇ ਬਾਕੀ ਜਿਹੜੇ ਰੈਸਟ ਆਫ ਪੈਰਾਮੀਟਰ ਆ ਉਹ ਮੇ ਬੀ ਵੇਰੀਏਬਲ, ਉਹ ਕੀ ਆ ਚੇਂਜ ਹੋ ਸਕਦੇ ਆ। ਸੋ ਆਈਸੋਥਰਮਲ ਸਿਸਟਮ ਸਾਡੇ ਕੋਲੋਂ ਅਸੀਂ ਆਈਸੋਥਰਮਲ ਨੂੰ ਡਿਫਾਈਨ ਕਰ ਲਿਆ ਕਿ ਆਈਸੋਥਰਮਲ ਸਿਸਟਮ ਉਹ ਥਰਮੋਡਾਇਨਮਿਕ ਸਿਸਟਮ ਆ ਜਿਹਦੇ ਵਿੱਚ ਟੈਂਪਰੇਚਰ ਰਿਮੇਨਸ ਕਾਂਸਟੈਂਟ ਐਂਡ अदर पैरामीटर्स प्रैशर, वॉल्यूम, हीट मे बी वेरी, ठीक है, वेरी कर सकते हैं। हुण देखो इत्थे एक क्वेश्चन आ बच्चे दे मन दे विच एक क्वेश्चन आउंदा कि ये किवें हो सकदा वा कि आपां किसी थर्मोडायनेमिक सिस्टम नूं हीट दे रहे हां ते पर टैंपरेचर वध ही नहीं रहा। जिवें इस आइसोथर्मल सिस्टम दे विच क्या कि टैंपरेचर कांस्टेंट आ ਤੇ ਹੀਟ ਜਿਹੜੀ ਆ ਕਿਊ ਉਹ ਵੇਰੀ ਕਰ ਵੀ ਸਕਦੀ ਆ ਤੇ ਨਹੀਂ ਵੀ ਕਰ ਸਕਦੀ। ਜੇ ਮੰਨ ਲਓ ਹੀਟ ਵੇਰੀ ਕਰ ਰਹੀ ਆ, ਹੁਣ ਦੇਖੋ ਮੰਨ ਲਓ ਮੇਰੇ ਕੋਲੋਂ ਕੀ ਆ ਇੱਕ ਸਿਸਟਮ ਆ, ਉਸ ਸਿਸਟਮ ਦੇ ਵਿੱਚ ਕੋਈ ਲਿਕੁਇਡ ਜਾਂ ਕੋਈ ਗੈਸ ਆ, ਅਸੀਂ ਇਹਨੂੰ ਹੀਟ ਦੇ ਰਹੇ ਆ, ਕਿਊ ਹੀਟ ਦੇ ਰਹੇ ਆ, ਅਸੀਂ ਕਹਿ ਰਹੇ ਆ ਕਿ ਟੈਂਪਰੇਚਰ ਕਾਂਸਟੈਂਟ ਰੱਖਣਾ। ਜੇ ਟੈਂਪਰੇਚਰ ਕਾਂਸਟੈਂਟ ਰੱਖਣਾ ਤੇ ਆਈਸੋਥਰਮਲ। पर हुण टैंपरेचर किद्दां कांस्टेंट रहूगा, असी एक पासे तो कह रहे हैं कि हीट दे रहे हैं, दूजे पासे कह रहे हैं कि टैंपरेचर कांस्टेंट है तो साडी स्पैसिफिक हीट कैपेसिटी की जिहड़ी इक्वेशन से तुसीं वो नज़र मारिया होएगा Q इज इक्वल टू MC ते इत्थे की सी टैंपरेचर। ये तो सानू इक्वेशन की कह रही है, ये कह रही है कि हीट दे नाल टैंपरेचर दा डायरैक्ट रिलेशन आ, जिथे हीट दे विच चेंज आएगी उत्थे टैंपरेचर दे विच चेंज आएगी ही आएगी। पर आइसोथर्मल सिस्टम एक इदां दा सिस्टम हो गया कि टैंपरेचर कांस्टेंट आ, हीट वेरी करदी पई आ। ये चीज़ पॉसीबल किवें आ, इस चीज़ नूं आपां समझदे आ। जिवें मैं एग्जांपल लई कि मान लो आपां इस सिस्टम नूं हीट दे रहे हां, ਆਪਾਂ ਕਹਿੰਦੇ ਆ कि इस सिस्टम का टैंपरेचर कांस्टेंट रखना वा। हुण देखो जदों आपां इहनूं हीट दे रहे हैं ना तो सानू पता वा कि इहदा टैंपरेचर वधना ही वधना वा। हीट देवांगे तो सुभाविक आ ना कि टैंपरेचर वधना ही वधना वा। मान लो पहला इहदा टैंपरेचर सी 10 डिग्री सैल्सीअस, असीं इहनूं हीट दित्ती, हीट दे के इहदा जिहड़ा नवां टैंपरेचर आ न्यू टैंपरेचर हो गया 15 डिग्री सैल्सीअस।
पर ਅਸੀਂ ਕਹਿੰਦੇ ਆ ਕਿ ਆਈਸੋਥਰਮਲ ਸਿਸਟਮ ਆ, ਟੈਂਪਰੇਚਰ ਨੂੰ ਕਨਸਟੈਂਟ ਰਹਿਣਾ ਚਾਹੀਦਾ, ਮਤਲਬ ਟੈਂਪਰੇਚਰ ਹੀਟ ਦੇਣ ਦੇ ਬਾਵਜੂਦ ਵੀ 10 ਡਿਗਰੀ ਹੀ ਰਹਿਣੀ ਚਾਹੀਦੀ। पर इदा हुंदा नहीं आ। देखो आइसोथर्मल दे विच की हुंदा वा, जदों असीं किसी सिस्टम नूं हीट दिंदे आ उहदा टैंपरेचर बदलदा वा, पर आपां उस सिस्टम नूं इस तरीके नाल उहनूं टाइम दिंदे आ कि उहदा टैंपरेचर जिहड़ा वा वापस फिर अपनी इनिशियल कंडीशन ते आ जाए। जिवें मैं इत्थे कह रहा कि मान लो हीट दित्ती, टैंपरेचर 10 तो 15 डिग्री हो गया, हुण आपां की करना वा, इहनूं सिस्टम नूं रहण देना, छड़ देना, इनू उन्ना चिर तक खाली छड़ देना जिन्ना चिर तक इहदा टैंपरेचर वापस जिहड़ा वा फिर 15 तो 10 डिग्री ते नहीं आ जाता, क्योंकि सानू पता हीट देवांगे टैंपरेचर वधना। पर आइसोथर्मल दे विच आपां की करदे आ, टैंपरेचर नू वापस इनिशियल पोजीशन ते आउण दा टाइम दिंदे आ, ते वो टाइम जदों फिर 10 डिग्री आ गया, फिर आपां हीट दित्ती, फिर इहदा टैंपरेचर वधिया, फिर आपां सिस्टम नूं टाइम दिता, फिर टैंपरेचर उहदा घट गया। क्योंकि वेखो एक गल होर आ, जदों असीं कहंदे आ हीट दे रहे आ, सानूं पता वा हीट देण दे नाल सिस्टम दे विच प्रैशर वध जाना। हुण प्रैशर वधूगा ते की होएगा, इक्वेशन की कहंदी आ, प्रैशर इंटू वॉल्यूम इज इक्वल टू RT। हुण प्रैशर वध गया, प्रैशर वधण दे नाल आर ते कॉन्सटेंट आ, टैंपरेचर भी चेंज हो गया। पर आइसोथर्मल दे विच आपां की करना, इस सिस्टम नूं इन्ना क समा देना कि इहदा टैंपरेचर वापस उत्थे ही आ जाए जिथे इनिशियल कंडीशन दे विच सी। ते आइसोथर्मल दे विच जिहड़ियां असीं वॉल्स ऑफ कंटेनर लैंदे आ ना, जिस सिस्टम दे विच आपां कोई लिक्विड जां कोई सॉलिड लैंदे आ, जिस कंटेनर दे विच आपां लैंदे आ, ਉਹਦੀਆਂ वॉल्स ਨੂੰ ਕੀ ਕੀਤਾ ਜਾਂਦਾ, ਕੰਡਕਟਿੰਗ ਰੱਖਿਆ ਜਾਂਦਾ, ਡਾਇਆਥਰਮਲ ਰੱਖਿਆ ਜਾਂਦਾ। ਡਾਇਆਥਰਮਲ ਮਤਲਬ ਕੰਡਕਟਿੰਗ, ਤਾਂ ਜੋ ਇਹਨਾਂ ਦੇ ਵਿੱਚੋਂ ਕੀ ਆ, ਹੀਟ ਰੇਡੀਏਟ ਹੋ ਜੇ, ਤੇ ਜਦੋਂ ਤੁਸੀਂ ਹੀਟ ਦੇ ਰਹੇ ਜੋ ਹੀਟ ਰੇਡੀਏਟ ਹੋ ਜੇ ਤੇ ਇਹਦਾ ਟੈਂਪਰੇਚਰ ਕੀ ਆ, ਵਾਪਸ ਉਹੀ ਬਾਅਦ ਵਿੱਚ ਮੇਨਟੇਨ ਹੋ ਜੇ। ਆਮ ਤੌਰ ਤੇ ਆਈਸੋਥਰਮਲ ਪ੍ਰੋਸੈਸ ਜਿਹੜਾ ਵਾ ਇਹਨੂੰ ਸਲੋ ਪ੍ਰੋਸੈਸ ਕਿਹਾ ਜਾਂਦਾ ਵਾ, ਇਹ ਬਹੁਤ ਸਲੋ ਹੁੰਦਾ ਵਾ। ਦੇਖੋ ਇਹਨੂੰ ਸਲੋ ਪ੍ਰੋਸੈਸ ਕਿਉਂ ਕਿਹਾ ਜਾਂਦਾ, ਕਿਉਂਕਿ ਤੁਸੀਂ ਹੀਟ ਦਿੱਤੀ ਤੇ ਟੈਂਪਰੇਚਰ ਵੱਧ ਗਿਆ। ਹੁਣ ਟੈਂਪਰੇਚਰ ਵੱਧ ਗਿਆ ਵਾ, ਆਪਾਂ ਫਿਰ ਟੈਂਪਰੇਚਰ ਨੂੰ ਘਟਾਉਣਾ ਵਾ, ਟੈਂਪਰੇਚਰ ਨੂੰ ਵਾਪਸ ਇਨੀਸ਼ੀਅਲ ਪੋਜੀਸ਼ਨ ਤੇ ਲੈ ਕੇ ਆਉਣਾ ਵਾ, ਉਹਦੀ ਇਨੀਸ਼ੀਅਲ ਸਟੇਜ ਦੇ ਉੱਪਰ। ਤੇ ਜੇ ਟੈਂਪਰੇਚਰ ਨੂੰ ਵਾਪਸ ਫਿਰ ਇਨੀਸ਼ੀਅਲ ਵਾਲਾ ਹੀ ਲੈ ਕੇ ਆਉਣਾ ਵਾ, ਤੇ ਫਿਰ ਸਾਨੂੰ ਉਹਨੂੰ ਸਿਸਟਮ ਨੂੰ ਸਮਾਂ ਦੇਣਾ ਪਏਗਾ ਤਾਂ ਜੋ ਉਹਦੇ ਚੋਂ ਹੀਟ ਰੇਡੀਏਟ ਹੋ ਜੇ ਤੇ ਵਾਪਸ ਫਿਰ ਟੈਂਪਰੇਚਰ ਉਹੀ ਪ੍ਰਾਪਤ ਹੋ ਜੇ। सो इस तरीके नाल आइसोथर्मल जिहड़ा प्रोसैस आ वो इस तरीके नाल वर्क करदा वा कि उहदे विच टैंपरेचर नूं कॉन्सटेंट बनाउण वास्ते सानूं उहनूं समां देना पैंदा। अदरवाइज ते एक कॉमन सेंस ही आ कि हीट देवांगे टैंपरेचर ते वधना ही वधना। सो ये साडा आइसोथर्मल सिस्टम आ। हुण जेकर असीं गल करिए, देखो इस आइसोथर्मल सिस्टम दे विच आइडियल गैस दी सानू पता कि जदों असीं कोई थ्योरीज बनाउने आ कैमिस्ट्री दे विच जां फिजिक्स दे विच गैसेस दे वास्ते, ते वो थ्योरियां वो धारनावां किहदे वास्ते आ, आइडियल गैस वास्ते आ। ते ये जिहड़ी मैं इक्वेशन लिखी आ, ये की आ, ये भी आइडियल गैस इक्वेशन आ। ते जे असीं गल करिए तो आइडियल गैस ते साडे कोलों कोई है ही नहीं। असीं बेशक सारा जिहड़ा काम आ वो आइडियल गैस दे विच ही करदे आ, आइडियल गैस मन के ही करदे आ। पर आइडियल गैस ਦੇ ਵਿੱਚ ਤੇ ਆਪਾਂ ਇਹ ਵੀ ਮੰਨ ਲੈਂਦੇ ਆ ਕਿ ਜਦੋਂ ਕਿਸੇ ਗੈਸ ਨੂੰ ਕੰਪਰੈਸ ਕਰਦੇ ਆ ਤਾਂ ਉਹਦਾ ਵੋਲੀਅਮ ਜਿਹੜਾ ਵਾ ਉਹ ਜ਼ੀਰੋ ਹੋ ਜਾਂਦਾ। ਪਰ ਐਕਚੁਅਲ ਦੇ ਵਿੱਚ ਇਦਾਂ ਨਹੀਂ ਹੁੰਦਾ। ਐਕਚੁਅਲ 'ਚ ਜਦੋਂ ਅਸੀਂ ਕਿਸੇ ਗੈਸ ਨੂੰ ਕੰਪਰੈਸ ਕਰਦੇ ਆ ਤਾਂ ਉਹਦਾ ਵੋਲੀਅਮ ਜ਼ੀਰੋ ਨਹੀਂ ਹੋ ਸਕਦਾ, ਕਿਉਂਕਿ ਦੇਖੋ ਉਹਦੇ ਮੋਲੀਕਿਊਲਸ ਆ, ਉਹਦੀ ਕੋਈ ਆਪਣੀ ਕੀ ਆ, ਹਸਤੀ ਆ। ਤੇ ਜਦੋਂ ਉਹਨੂੰ ਕੰਪਰੈਸ ਕਰਾਂਗੇ ਇਹ ਥੋੜੀ ਹੋ ਜਾਏਗਾ ਕਿ ਉਹਦੇ ਜਿਹੜੇ ਮੋਲੀਕਿਊਲਸ ਆ ਉਹ ਨੋ ਐਗਜ਼ਿਸਟ, ਮਤਲਬ ਐਗਜ਼ਿਸਟ ਹੀ ਨਹੀਂ ਕਰਦੇ ਪਏ, ਉਹ ਹੁਣ ਮੁੱਕ ਹੀ ਗਏ, ਰਹਿ ਹੀ ਨਹੀਂ ਗਏ, ਸਿਸਟਮ 'ਚੋਂ ਗਾਇਬ ਹੀ ਹੋ ਗਏ। ਇਸ ਤਰ੍ਹਾਂ ਤੇ ਨਹੀਂ ਹੋਏਗਾ। ਸੋ ਅਸੀਂ ਗੱਲ ਬੇਸ਼ੱਕ ਆਈਡੀਅਲ ਗੈਸ ਦੀ ਗੱਲ ਕਰਦੇ ਹਾਂ, ਪਰ ਆਈਡੀਅਲ ਗੈਸ ਦੇ ਨਾਲ ਨਾਲ ਸਾਡੇ ਕੋਲੋਂ ਇੱਕ ਰੀਅਲ ਗੈਸ ਇਕੁਏਸ਼ਨ ਵੀ ਆ। ਤੇ ਰੀਅਲ ਗੈਸ ਇਕੁਏਸ਼ਨ ਨੂੰ ਅਸੀਂ ਵੰਡਰਵਾਲ ਗੈਸ ਇਕੁਏਸ਼ਨ ਬੋਲਦੇ ਹਾਂ। ਸਾਡੇ ਆਮ ਤੌਰ ਤੇ ਨਾਰਮਲ ਰੋਜ਼ ਬਾਹਰ ਜੋ ਸਾਨੂੰ ਗੈਸਿਸ ਜਿਹੜੀਆਂ ਵਾ ਸਾਡੇ ਰੂਬਰੂ ਹੁੰਦੀਆਂ ਵਾ ਉਹ ਰੀਅਲ ਗੈਸਿਸ ਹੀ ਆ, ਪਰ ਕਨਸੈਪਟ ਜਿਹੜਾ ਅਸੀਂ ਪੜ੍ਹ ਰਹੇ ਹਾਂ ਫਿਜ਼ਿਕਸ ਦੇ ਵਿੱਚ ਉਹ ਆਈਡੀਅਲ ਗੈਸ ਵਾਸਤੇ ਪੜ੍ਹ ਰਹੇ ਹਾਂ। ਹੁਣ ਦੇਖੋ ਆਪਾਂ ਕਹਿੰਦੇ ਆ
कि आइसोथर्मल सिस्टम दे विच आइडियल गैस इक्वेशन की बनूगी। आइसोथर्मल सिस्टम दे विच आइडियल गैस इक्वेशन की बनूगी, आर पहला ही कॉन्स्टेंट आ, आइसोथर्मल च टैंपरेचर आपां कॉन्स्टेंट रखना वा, इहदा मतलब प्रैशर इंटू वॉल्यूम ए दोनों ही कॉन्स्टेंट, तो दोनों कॉन्स्टेंट की जिहड़ी मल्टीप्लीकेशन आ वो भी की रहनी आ, कॉन्स्टेंट रहनी आ। आइसोथर्मल सिस्टम दे विच आपां कहने आ कि प्रैशर ते वॉल्यूम की जिहड़ी प्रोडक्ट आ वो हमेशा की आ, कॉन्स्टेंट रहेगी। सो ये एक कॉन्सैप्ट आ जिहड़ा साडा वर्क डन इन आइसोथर्मल प्रोसैस दे विच काम आएगा। हुण देखो ये सी साडा आइसोथर्मल सिस्टम, ते आइसोथर्मल सिस्टम तो बाद विच जिहड़ा दूसरा सिस्टम आ साडे कोलों वो किहड़ा वा, एडियाबैटिक। एडियाबैटिक एडियाबैटिक थर्मोडायनेमिक सिस्टम। एडियाबैटिक सिस्टम उन्हां सिस्टम्स नूं कहा जांदा वा जिथे की आ हीट आपां की आ सिस्टम दी कॉन्स्टेंट रखदे आ, हीट कॉन्स्टेंट रहनी चाहिए आ। बाकी जिहड़े पैरामीटर्स आ, बाकी जिहड़ियां उहदियां विशेषतावां वा सिस्टम दियां, उहदा अपना प्रैशर आ, उहदा अपना वॉल्यूम आ, उहदा अपना टैंपरेचर आ, उहदी अपनी इंटरनल एनर्जी आ, जां बाकी जिन्ने भी उहदे नाल जुड़े हुए पैरामीटर्स आ, वो की आ, वो मे बी वेरीएबल हो सकते आ। मे बी वेरीएबल मतलब उन्हां दे विचों कोई चेंज हो सकते आ ਜਾਂ कोई चेंज नहीं भी हो सकते। सिर्फ आपां किहदे वल ध्यान देना, इत्थे ध्यान देना कि टैंपरेचर कॉन्स्टेंट आ, बाकी भावें चेंज हुंदे जां नहीं हुंदे। ਇਹਦੇ ਵਿੱਚ ਆਪਾਂ ਕਹਿਣਾ ਜਿਹਦੇ ਵਿੱਚ ਹੀਟ ਕੌਨਸਟੈਂਟ ਆ ਉਹ ਐਡੀਆਬੈਟਿਕ ਆ, ਜਿਹੜੇ ਬਾਕੀ ਪੈਰਾਮੀਟਰਸ ਆ, ਬਾਕੀ ਜਿਹੜੀਆਂ ਉਹਦੀਆਂ ਵਿਸ਼ੇਸ਼ਤਾਵਾਂ ਵਾ ਉਹ ਚੇਂਜ ਹੁੰਦੀਆਂ ਜਾਂ ਨਹੀਂ ਹੁੰਦੀਆਂ, ਉਹਨਾਂ ਵੱਲ ਆਪਾਂ ਜਿਹੜਾ ਵਾ ज़्यादा ध्यान नहीं देना। सो डेफिनेशन बनाने वेले हुण देखो 3 नंबर ते अपने को जिहड़ा थर्मोडायनेमिक सिस्टम आ वो हैगा वा आइसोबैरिक। सो आइसोबैरिक सिस्टम उहनूं कहा जांदा वा जिहदे विच प्रैशर कॉन्स्टेंट होवे। इहदे विच की आ साडे कोलों प्रैशर कॉन्स्टेंट आ ते बाकी जिहड़े पैरामीटर्स आ, बाकी जिहड़ियां विशेषतावां वा वो की आ चेंज हो सकदियां वा, ठीक आ। ते इसे तरीके नाल साडे कोलों वैसे इहदे विच बार की आ, बार ते प्रैशर दा यूनिट आ। ਅਸੀਂ ਇਹਦੇ ਤੋਂ ਪਹਿਚਾਣ ਸਕਦੇ ਹਾਂ ਕਿ ਇਹਦੇ 'ਚ ਬਾਰ ਆ, ਬਾਰ ਪ੍ਰੈਸ਼ਰ ਦਾ ਯੂਨਿਟ ਆ, ਇਹਦਾ ਮਤਲਬ ਇਹਦੇ ਵਿੱਚ ਕੀ ਆ, ਪ੍ਰੈਸ਼ਰ ਕੌਨਸਟੈਂਟ ਆ। ਹੁਣ ਫੋਰਥ ਸਿਸਟਮ ਕਿਹੜਾ ਵਾ, ਆਈਸੋਕੋਰਿਕ। ਆਈਸੋਕੋਰਿਕ ਸਿਸਟਮ ਕਿਹੜੇ ਹੁੰਦੇ ਆ? ਆਈਸੋਕੋਰਿਕ ਸਿਸਟਮ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਵੋਲੀਅਮ ਕੌਨਸਟੈਂਟ ਰਵੇ, ਜਿਹਦੇ ਵਿੱਚ ਵੋਲੀਅਮ ਚੇਂਜ ਨਹੀਂ ਹੁੰਦਾ, ਜਿਹਦੇ ਵਿੱਚ ਵੋਲੀਅਮ ਚੇਂਜ ਨਹੀਂ ਹੁੰਦਾ ਉਹਨਾਂ ਸਿਸਟਮ ਨੂੰ ਅਸੀਂ ਆਈਸੋਕੋਰਿਕ ਸਿਸਟਮ ਬੋਲ ਦਿੰਦੇ ਆ। ਬਾਕੀ ਜਿਹੜੇ ਰੈਸਟ ਆਫ ਪੈਰਾਮੀਟਰਸ ਆ, ਪ੍ਰੈਸ਼ਰ ਦੀ ਗੱਲ ਹੋਈ, ਟੈਂਪਰੇਚਰ ਦੀ ਗੱਲ ਹੋਈ, ਹੀਟ ਦੀ ਗੱਲ ਹੋਈ, ਉਹ ਮੇ ਬੀ ਵੇਰੀਏਬਲ ਹੋ ਸਕਦੇ ਆ। ਸੋ ਇਹ ਆ ਸਾਡੇ 4 ਥਰਮੋਡਾਇਨਮਿਕ ਸਿਸਟਮ। ਅਸੀਂ ਇਸ ਤਰੀਕੇ ਨਾਲ ਵੀ ਥਰਮੋਡਾਇਨਮਿਕ ਸਿਸਟਮ ਨੂੰ ਡਿਫਾਈਨ ਕਰ ਲੈਂਦੇ ਆ ਕਿ ਰਿਵਰਸੀਬਲ ਤੇ ਇਰਰਿਵਰਸੀਬਲ। ਹੁਣ ਦੇਖੋ ਜਿਨ੍ਹਾਂ ਦੇ ਵਿੱਚ ਜਿਹੜੇ ਥਰਮੋਡਾਇਨਮਿਕ ਸਿਸਟਮ ਦੇ ਵਿੱਚ ਰਿਵਰਸ ਪੋਸੀਬਲ ਆ ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਰਿਵਰਸੀਬਲ ਸਿਸਟਮ ਕਹਿ ਦਿੰਦੇ ਆ। ਤੇ ਜਿਹਦੇ ਵਿੱਚ ਰਿਵਰਸ ਪੋਸੀਬਲ ਨਹੀਂ ਆ, ਮਤਲਬ ਉਲਟਾ ਪੋਸੀਬਲ ਨਹੀਂ ਹੈਗਾ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਇਰਰਿਵਰਸੀਬਲ ਸਿਸਟਮ, ਠੀਕ ਆ। ਸੋ ਅਸੀਂ 2 ਤਰੀਕੇ ਨਾਲ ਥਰਮੋਡਾਇਨਮਿਕ ਸਿਸਟਮ ਨੂੰ ਡਿਫਾਈਨ ਕੀਤਾ। ਇੱਕ ਤੇ ਅਸੀਂ ਕੀਤਾ ਇਸ ਸਿਸਟਮ ਦੇ ਨਾਲ ਆਈਸੋਥਰਮਲ, ਐਡੀਆਬੈਟਿਕ, ਆइसोबैरिक, आइसोकोरिक, ਤੇ ਆਪਾਂ ਦੂਸਰਾ ਡਿਫਾਈਨ ਕੀਤਾ ਥਰਮੋਡਾਇਨਮਿਕ ਸਿਸਟਮ ਨੂੰ ਰਿਵਰਸੀਬਲ ਤੇ ਇਰਰਿਵਰਸੀਬਲ। ਹੁਣ ਆਪਾਂ ਇਹਦੇ ਤੋਂ ਬਾਅਦ ਵਿੱਚ ਵਰਕ ਡਨ ਦੇਖਾਂਗੇ ਕਿ ਇੱਕ ਗੈਸ ਖੁਦ ਕਿੰਨਾ ਵਰਕ ਕਰਦੀ ਆ ਜਾਂ ਗੈਸ ਦੇ ਉੱਪਰ ਕਿੰਨਾ ਵਰਕ ਕਰਨਾ ਪੈਂਦਾ ਵਾ ਜਦੋਂ ਆਈਸੋਥਰਮਲ ਸਿਸਟਮ ਹੋਵੇ, ਐਡੀਆਬੈਟਿਕ ਹੋਵੇ ਜਾਂ ਆइसोबैरिक ਹੋਵੇ ਜਾਂ ਆइसोकोरिक ਹੋਵੇ। ਹੁਣ ਅਸੀਂ ਇਸ ਤੋਂ ਬਾਅਦ ਵਿੱਚ ਵਰਕ ਡਨ ਪੜ੍ਹਦੇ ਹਾਂ। ਥਰਮੋਡਾਇਨਮਿਕ ਸਿਸਟਮ ਦੇ ਵਿੱਚ ਵਰਕ ਕਿਵੇਂ ਕੀਤਾ ਜਾਂਦਾ ਜਾਂ ਇੱਕ ਗੈਸ ਕਿਵੇਂ ਵਰਕ ਕਰਵਾਉਂਦੀ ਆ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵਰਕ ਡਨ ਇਨ ਆਈਸੋਥਰਮਲ ਪ੍ਰੋਸੈਸ। ਵਰਕ ਡਨ ਇਨ ਆਈਸੋਥਰਮਲ। ਆਈਸੋਥਰਮਲ ਦੀ ਆਪਾਂ ਵਿਸ਼ੇਸ਼ਤਾ ਪੜ੍ਹ ਲਈ ਆ ਕਿ ਆਈਸੋਥਰਮਲ ਸਿਸਟਮ ਦੇ ਵਿੱਚ ਕੀ ਆ, ਟੈਂਪਰੇਚਰ ਕੌਨਸਟੈਂਟ ਰਹਿੰਦਾ। ਹੁਣ ਦੇਖੋ ਵਰਕ 2 ਤਰ੍ਹਾਂ ਹੋ ਸਕਦਾ ਹਰੇਕ ਸਿਸਟਮ ਦੇ ਵਿੱਚ, ਜਾਂ ਵਰਕ ਡਨ
बाय द गैस या वर्क डन ऑन द गैस। ठीक है, ਆਪਾਂ ਪਹਿਲਾ ਕੇਸ ਡਿਸਕਸ ਕਰਦੇ ਹਾਂ ਆਈਸੋਥਰਮਲ ਦੇ ਵਿੱਚ ਵਰਕ ਡਨ ਔਨ ਦਾ ਗੈਸ, ਤੇ ਐਡੀਆਬੈਟਿਕ ਦੇ ਵਿੱਚ ਡਿਸਕਸ ਕਰ ਲਾਂਗੇ ਵਰਕ ਡਨ ਬਾय ਦਾ ਗੈਸ। ਠੀਕ ਆ, ਤੁਸੀਂ ਵਾਈਸ ਵਰਸਾ ਵੀ ਕਰ ਸਕਦੇ, ਉਲਟਾ ਵੀ ਕਰ ਸਕਦੇ ਜੋ, ਪਰ ਅਸੀਂ ਇੱਥੇ ਕਰਾਂਗੇ ਵਰਕ ਡਨ ਔਨ ਦਾ ਗੈਸ। ਮੰਨ ਲਓ ਕਿ ਆ ਮੇਰੇ ਕੋਲ ਇੱਕ ਥਰਮੋਡਾਇਨਾਮਿਕ ਸਿਸਟਮ ਆ ਤੇ ਇਹਦੇ ਵਿੱਚ ਕੀ ਆ ਕੋਈ ਗੈਸ ਆ। ਹੁਣ ਉਸ ਗੈਸ ਦਾ ਕੋਈ ਆਪਣਾ ਪ੍ਰੈਸ਼ਰ ਆ ਤੇ ਉਹਦਾ ਕੋਈ ਆਪਣਾ ਵੋਲਿਊਮ ਆ। ਅਸੀਂ ਕਹਿੰਦੇ ਆ ਕਿ ਇਹਦੇ ਉੱਪਰ ਕੀ ਆ ਇੱਕ ਪਿਸਟਨ ਲਗਾ ਆ ਜਿਹੜਾ ਉੱਪਰ ਨੀਚੇ मूव कर सकता। ਹੁਣ ਦੇਖੋ ਆਈਸੋਥਰਮਲ एक ਸਾਨੂੰ ਮੰਨਣਾ ਪਏਗਾ ਟੈਂਪਰੇਚਰ ਕਾਂਸਟੈਂਟ। ਅਸੀਂ ਕੀ ਕਰਦੇ ਆ ਇਸ ਪਿਸਟਨ ਨੂੰ ਥੋੜਾ ਜਿਹਾ ਮੰਨ ਲਓ ਇੱਥੇ ਥੋੜਾ ਜਿਹਾ ਇਸ ਲੈਵਲ ਤੇ ਇਹਨੂੰ ਮੂਵ ਕਰਾਉਂਦੇ ਆ ਆਪਾਂ, ਬਹੁਤ ਥੋੜਾ ਜਿਹਾ ਇਹਨੂੰ ਮੂਵ ਕਰਾਇਆ ਇੰਨਾ, ਤੇ ਇੰਨੇ ਦੇ ਵਿੱਚ ਅਸੀਂ ਕਿਹਾ ਕਿ ਮੰਨ ਲਓ ਵੋਲਿਊਮ ਚੇਂਜ ਹੋਇਆ d। ਆਪਾਂ ਬਹੁਤ ਥੋੜਾ ਜਿਹਾ ਪ੍ਰੈਸ ਕੀਤਾ, ਆਪਾਂ ਥੋੜਾ ਇਸ ਕਰਕੇ ਪ੍ਰੈਸ ਕੀਤਾ ਵਾ ਆਪਾਂ ਮੰਨ ਸਕੀਏ ਕਿ ਪ੍ਰੈਸ਼ਰ ਦੇ ਵਿੱਚ ਕੋਈ ਵੱਡੀ ਚੇਂਜ ਨਹੀਂ ਹੋਈ, ਕਿਉਂਕਿ ਜਦੋਂ ਅਸੀਂ ਇੱਕ ਗੈਸ ਸਿਸਟਮ ਨੂੰ डिफरेंशियल प्रेस करांगे ना, बहुत थोड़ा जिहा प्रेस करांगे ते उहदे प्रेशर दे विच कोई एप्रीशिएबल चेंज नहीं आएगी। इस करके आपां की आ इहनूं थोड़ा जिहा प्रेस कीता, मान लो इस लैवल तो ए लैवल तो बी लैवल तक बहुत थोड़ा जिहा प्रेस कीता ते असीं क्या कि वॉल्यूम दे विच जिहड़ी चेंज होई आ ओह की आ डी। हुण आपां की आ इत्थे बाहरों फोर्स लाई आ, बाहरों फोर्स लगाई। सो ਅਸੀਂ ਲਿਖਾਂਗੇ ਪਹਿਲਾਂ ਕਿ ਕੰਸੀਡਰ ਇੱਕ ਸਾਡੇ ਕੋਲ ਕੀ ਆ ਕਿ ਆਈਸੋਥਰਮਲ ਸਿਸਟਮ ਆ ਤੇ ਜਿਹਦੇ ਵਿੱਚ ਉਹਦਾ ਕੋਈ ਆਪਣਾ ਪ੍ਰੈਸ਼ਰ ਆ, ਉਹਦਾ ਵੋਲਿਊਮ ਆ, ਉਹਦਾ ਟੈਂਪਰੇਚਰ ਆ। ਠੀਕ ਆ, ਆਪਾਂ ਟੈਂਪਰੇਚਰ ਨੂੰ ਵੀ ਡਿਫਾਈਨ ਕਰਾਂਗੇ ਤੇ ਬਾਅਦ ਵਿੱਚ ਅਸੀਂ ਇੱਕ ਪਿਸਟਨ ਨੂੰ ਪ੍ਰੈਸ ਕੀਤਾ, ਇਸ ਤਰੀਕੇ ਨਾਲ ਪ੍ਰੈਸ ਕੀਤਾ ਕਿ ਉਹਦਾ ਗੈਸ ਦਾ ਜਿਹੜਾ ਵੋਲਿਊਮ dV ਚੇਂਜ ਹੋਇਆ ਤੇ ਪ੍ਰੈਸ਼ਰ ਰਿਮੇਨਸ ਕਾਂਸਟੈਂਟ। ਸੋ ਚੇਂਜ ਇਨ ਵੋਲਿਊਮ, change in volume dV। so pressure ਆਪਾਂ ਮੰਨਿਆ ਕਿ ਇੰਨੇ ਕ ਵੋਲਿਊਮ ਚੇਂਜ ਹੋਣ ਦੇ ਵਿੱਚ ਪ੍ਰੈਸ਼ਰ ਕੀ ਆ ਕਾਂਸਟੈਂਟ ਆ। ਹੁਣ ਦੇਖੋ ਜੇ ਵੋਲਿਊਮ ਚੇਂਜ ਹੋਇਆ ਤੇ ਇਹਦਾ ਮਤਲਬ ਕੀ ਆ ਵਰਕ ਹੋਇਆ, ਤੇ ਵਰਕ ਡਨ ਔਨ ਗੈਸ, ਵਰਕ ਕੀ ਆ ਡਿਫਰੈਂਸ਼ੀਅਲ ਵਰਕ ਹੋਇਆ dW P dV। ਇਹ ਵਰਕ ਹੋਇਆ ਇੱਕ ਵਰਕ ਦੀ ਸਾਡੇ ਕੋਲ ਡੈਫੀਨੇਸ਼ਨ ਹੀ ਇਹ ਆਈ। ਠੀਕ ਆ, ਸੋ ਵਰਕ ਆਇਆ ਸਾਡੇ ਕੋਲ ਡਿਫਰੈਂਸ਼ੀਅਲ ਵਰਕ ਆਇਆ P dV। ਹੁਣ ਦੇਖੋ ਸਪੋਜ਼ ਵੀ ਵਾਂਟ ਟੂ, ਅਸੀਂ ਕੀ ਆ ਵੀ ਚੇਂਜ ਵੋਲਿਊਮ V1 to V2। ਮੰਨ ਲਓ ਆਪਾਂ ਵੋਲਿਊਮ ਜਿਹੜਾ ਵਾ ਚੇਂਜ V1 ਤੋਂ V2 ਕੀਤਾ। ਮੰਨ ਲਓ ਇਸੇ ਸਿਸਟਮ ਨੂੰ ਮੈਂ ਇੱਥੇ ਬਣਾਇਆ। ਹੁਣ ਇਹ ਜਿਹੜਾ ਮੈਂ ਪਿਸਟਨ ਆ, ਮੰਨ ਲਓ ਪਹਿਲਾਂ ਇਸ ਦਾ ਵੋਲਿਊਮ V1 ਸੀ, ਹੁਣ ਆਪਾਂ ਇਹਨੂੰ ਨੀਚੇ ਲੈ ਕੇ ਗਏ, ਜ਼ਿਆਦਾ ਨੀਚੇ ਲੈ ਕੇ ਗਏ ਤੇ ਹੁਣ ਵੋਲਿਊਮ ਰਹਿ ਗਿਆ V2। ਹੁਣ ਦੇਖੋ ਜਦੋਂ ਤੇ ਆਪਾਂ ਥੋੜਾ ਜਿਹਾ ਨੀਚੇ ਖੜਿਆ ਸੀ ਤੇ ਆਪਾਂ ਇਹ ਮੰਨਿਆ ਸੀ ਕਿ ਸਪੋਜ਼ ਪ੍ਰੈਸ਼ਰ ਜਿਹੜਾ ਵਾ ਕਾਂਸਟੈਂਟ ਆ, ਪਰ ਜਦੋਂ ਅਸੀਂ ਜ਼ਿਆਦਾ ਲੈ ਕੇ ਜਾਵਾਂਗੇ, ਇੰਨਾ ਲੈ ਕੇ ਜਾਵਾਂਗੇ, ਫਾਈਨਾਈਟ ਲੈ ਕੇ ਜਾਵਾਂਗੇ ਤੇ ਪ੍ਰੈਸ਼ਰ ਜਿਹੜਾ ਵਾ ਉਹ ਕਾਂਸਟੈਂਟ ਨਹੀਂ ਰਹਿ ਪਾਏਗਾ, ਕਿਉਂਕਿ ਗੈਸ ਕੰਪਰੈਸ ਹੋਗੀ। ਕੰਪਰੈਸ ਹੋਣ ਦੇ ਨਾਲ ਜਿਹੜੇ ਗੈਸ ਦੇ ਮੋਲੀਕਿਊਲਸ ਆ ਉਹਨਾਂ ਦੀ ਵਾਈਬ੍ਰੇਸ਼ਨ ਜਿਹੜੀ ਆ, ਜਿਹੜੇ ਉਹ ਇੱਕ ਦੂਜੇ ਦੇ ਉੱਪਰ ਫੋਰਸ ਲਗਾਉਂਦੇ ਆ, ਉਹ ਕੀ ਆ ਚੇਂਜ ਹੋ ਜਾਏਗੀ, ਕਿਉਂਕਿ ਮਤਲਬ ਹੁਣ ਜ਼ਿਆਦਾ ਮੋਲੀਕਿਊਲ ਥੋੜੀ ਥਾਂ ਦੇ ਵਿੱਚ ਵਾ ਤੇ ਜਦੋਂ ਇੱਕ ਦੂਜੇ ਦੇ ਉੱਪਰ ਫੋਰਸ ਲਗਾਉਣਗੇ ਜਾਂ ਇਸ ਕੰਟੇਨਰ ਦੀਆਂ ਵਾਲਸ ਦੇ ਉੱਤੇ ਫੋਰਸ ਲਗਾਉਣਗੇ ਤੇ ਜ਼ਿਆਦਾ ਦਬਾਅ ਪਾਉਣਗੇ, ਤੇ ਜ਼ਿਆਦਾ ਦਬਾਅ ਪਾਉਣਗੇ ਤੇ ਮਤਲਬ ਜ਼ਿਆਦਾ ਪ੍ਰੈਸ਼ਰ ਹੋਏਗਾ। ਸੋ ਹੁਣ ਜਦੋਂ ਫਾਈਨਾਈਟ ਵੋਲਿਊਮ ਬਦਲਿਆ ਵਾ ਉਦੋਂ ਪ੍ਰੈਸ਼ਰ ਜਿਹੜਾ ਵਾ ਮੰਨ ਲਓ ਪ੍ਰੈਸ਼ਰ P1 ਤੋਂ P2 ਹੋ ਗਿਆ। ਇੱਥੇ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ। ਜਦੋਂ ਆਪਾਂ ਆਰਟੀਕਲ ਸਟਾਰਟ ਕੀਤਾ ਵਾ ਤੇ ਆਪਾਂ ਕਿਹਾ ਕਿ ਸਪੋਜ਼ ਇੱਕ ਸੈਂਪਲ ਲਿਆ ਗੈਸ ਦਾ ਤੇ ਥੋੜਾ ਜਿਹਾ ਉਹਦਾ ਵੋਲਿਊਮ ਚੇਂਜ ਕੀਤਾ ਫੋਰਸ ਲਗਾ ਕੇ। ਥੋੜਾ ਜਿਹਾ ਕਿਉਂ ਕੀਤਾ?
क्योंकि थोड़ा जिहा ਅਸੀਂ ਜਦੋਂ ਕਵਾਂਗੇ ਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੈਸ਼ਰ ਕਾਂਸਟੈਂਟ ਆ, ਪ੍ਰੈਸ਼ਰ ਕਾਂਸਟੈਂਟ ਰਿਹਾ, ਡਿਫਰੈਂਸ਼ੀਅਲ ਵਰਕ ਕੀਤਾ, ਡਿਫਰੈਂਸ਼ੀਅਲ ਵੋਲਿਊਮ ਚੇਂਜ ਹੋਇਆ। ਪਰ ਜਦੋਂ ਅਸੀਂ ਕਿਹਾ ਕਿ ਵੋਲਿਊਮ V1 ਤੋਂ V2 ਚੇਂਜ ਹੋਇਆ, V1 ਤੋਂ V2 ਦਾ ਮਤਲਬ ਆ ਫਾਈਨਾਈਟ ਚੇਂਜ ਹੋਇਆ, ਤੇ ਫਾਈਨਾਈਟ ਦੇ ਵਿੱਚ ਪ੍ਰੈਸ਼ਰ ਜਿਹੜਾ ਕਾਂਸਟੈਂਟ ਨਹੀਂ ਰਹਿ ਪਾਏਗਾ। ਹੁਣ ਸਪੋਜ਼ ਵੀ ਚੇਂਜ ਵੋਲਿਊਮ V1 ਤੋਂ V2, नो वर्क ਹੁਣ वर्क ਦੀ ਕੀ ਇਕੁਏਸ਼ਨ ਬਣੇਗੀ, ਕਿਉਂਕਿ ਵੋਲਿਊਮ ਤੇ ਚੇਂਜ ਹੋਇਆ ਹੀ ਆ। वर्क ਅਸੀਂ ਕੀ ਕਰਾਂਗੇ, ਇਸ ਇੱਕ ਨੰਬਰ ਇਕੁਏਸ਼ਨ ਨੂੰ ਇੰਟੀਗ੍ਰੇਟ ਕਰ ਦਾਂਗੇ PdV। ਇਹ ਮੈਥਮੈਟਿਕਸ ਦਾ ਫਾਰਮੂਲਾ, ਇੰਟੀਗ੍ਰੇਸ਼ਨ ਦੀਆਂ ਲਿਮਿਟਸ ਕੀ ਹੋਣਗੀਆਂ V1 ਤੋਂ V2, ਤੇ ਜਦੋਂ ਅਸੀਂ ਇਹਨੂੰ ਸਿੰਪਲੀਫਾਈ ਕਰਾਂਗੇ ਇਹ ਡਿਫਰੈਂਸ਼ੀਅਲ ਵਰਕ ਦੀ ਗਾੜੀ ਇੰਟੀਗ੍ਰੇਸ਼ਨ ਕਰਤੀ, ਇਹ ਆ ਗਿਆ ਵਰਕ। W ਲਿਖ ਲਓ, ਚਾਹੇ ਇੱਥੇ ਲਿਖ ਲਓ A to B, A to B ਲਿਖ ਲਓ। ਜੇ ਇੱਥੇ A ਤੇ B ਡਿਫਾਈਨ ਕੀਤਾ ਆਪਾਂ, ਇਨੀਸ਼ੀਅਲ ਸਟੇਜ ਨੂੰ A ਲਿਖਿਆ ਤੇ ਫਾਈਨਲ ਸਟੇਜ ਨੂੰ B ਲਿਖਿਆ, ਪਰ ਉੱਥੇ ਆਪਾਂ ਨਹੀਂ ਲਿਖਿਆ, ਮੈਂ ਇੱਥੇ ਨਹੀਂ ਲਿਖ ਰਿਹਾ ਟੋਟਲ ਵਰਕ। ਹੁਣ ਦੇਖੋ ਇੰਟੀਗ੍ਰੇਸ਼ਨ ਦਾ ਕੀ ਨਿਯਮ ਆ, ਇੰਟੀਗ੍ਰੇਸ਼ਨ ਦਾ ਨਿਯਮ ਆ ਕਿ ਜਿਹੜੀਆਂ ਕਾਂਸਟੈਂਟ ਟਰਮਸ ਹੁੰਦੀਆਂ ਵਾ ਉਹ ਬਾਹਰ ਆ ਜਾਂਦੀਆਂ। ਹੁਣ ਆਪਾਂ ਕੀ P ਨੂੰ ਬਾਹਰ ਰੱਖ ਸਕਦੇ ਆ ਸੋ ਦੈਟ ਕਿ ਅੰਦਰ dV ਰਹਿ ਜੇ ਤੇ V1 V2 ਰਹਿ ਜੇ। मतलब इंटीग्रेशन के नियमां मुताबिक ये इक्वेशन बन सकती है, 2 नंबर इक्वेशन ਜਿਹੜੀ ਆ। ਤੇ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਕੀ ਪ੍ਰੈਸ਼ਰ ਕਾਂਸਟੈਂਟ ਆ, ਤੇ ਆਪਾਂ ਹੁਣੇ ਦੇਖਿਆ ਕਿ ਜਦੋਂ ਵੋਲਿਊਮ V1 ਤੋਂ V2 ਚੇਂਜ ਹੋਏਗਾ ਪ੍ਰੈਸ਼ਰ ਕਾਂਸਟੈਂਟ ਨਹੀਂ ਰਹੇਗਾ, ਤੇ ਜੇ ਪ੍ਰੈਸ਼ਰ ਕਾਂਸਟੈਂਟ ਨਹੀਂ ਰਹੇਗਾ ਤੇ ਇਹਦਾ ਮਤਲਬ ਪ੍ਰੈਸ਼ਰ ਨੂੰ ਤੁਸੀਂ ਕੀ ਆ ਬਾਹਰ ਨਹੀਂ ਕੱਢ ਸਕਦੇ, ਇਹਨੂੰ ਕੀ ਆ ਅੰਦਰ ਹੀ ਲਿਖਣਾ ਪਏਗਾ ਇਸ ਤਰੀਕੇ ਨਾਲ। ਹੁਣ ਦੇਖੋ ਇੱਥੇ ਕੀ ਆ ਪ੍ਰੈਸ਼ਰ ਆ, ਤੇ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਕਿਹਦੇ ਹੋਣੀ ਆ, ਵੋਲਿਊਮ ਦੀ। ਇੱਥੋਂ ਸਾਨੂੰ ਪਤਾ ਲੱਗ ਰਿਹਾ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਨਾ ਉਹ ਇੱਕ ਮੈਥਮੈਟੀਕਲ ਗੱਲ ਕਰ ਰਿਹਾ ਵਾਂ ਕਿ ਇੰਟੀਗ੍ਰੇਸ਼ਨ, ਜਦੋਂ ਆਪਾਂ ਇੰਟੀਗ੍ਰੇਸ਼ਨ ਇਸ ਤਰ੍ਹਾਂ ਲਿਖਦੇ ਆ x dx, ਤੇ ਇਹਦਾ ਮਤਲਬ ਹੋ ਜਾਂਦਾ ਵਾ ਕਿ ਇਸ ਚੀਜ਼ ਨੂੰ ਤੁਸੀਂ ਇੰਟੀਗ੍ਰੇਟ ਕਰਨਾ ਵਾ ਵਿਦ ਰਿਸਪੈਕਟ ਟੂ d ਦੇ ਅੱਗੇ ਜਿਹੜੀ ਚੀਜ਼ ਲੱਗੀ ਹੋਵੇ dx, ਠੀਕ ਆ। ਸੋ ਹੁਣ ਇਹ ਤੇ ਇੱਕ ਇੰਟੀਗ੍ਰੇਸ਼ਨ ਦਾ ਨਿਯਮ ਆ, ਤੇ ਜੇਕਰ ਇੱਥੇ ਲਿਮਿਟਸ ਹੋਣ, ਮੰਨ ਲਓ ਇੱਥੇ ਲਿਮਿਟ ਹੋਵੇ x1 x2, ਤੇ ਇਹਨੂੰ ਸਿੰਪਲੀਫਾਈ ਕਰੀਏ ਤਾਂ ਸਾਡੇ ਕੋਲ ਕੀ ਹੁੰਦਾ, ਜੇਕਰ x dx ਹੋਵੇ ਤੇ ਪਾਵਰ x ਦੀ 1 ਵਧਾ ਦਿਓ, ਇੱਥੇ 1 ਤੇ ਨੀਚੇ ਕੀ ਆ ਡਿਵਾਈਡ ਕਰ ਦਿਓ। ਹੁਣ ਇੱਥੇ ਰਹਿ ਗਈਆਂ ਲਿਮਿਟਸ x1 ਤੇ x2। ਹੁਣ ਕੀ ਕਰਦੇ ਆਪਾਂ, ਸਿੰਪਲੀਫਾਈ ਕਰਕੇ x ਸਕੁਅਰ ਬਟਾ 2 ਲਿਮਿਟਸ x2 x1, ਪਹਿਲਾਂ ਅਪਰ ਲਿਮਿਟ ਪੁੱਟ ਕਰੀ ਦੀ ਆ, 1/2 ਬਾਹਰ ਕੱਢ ਲਿਆ, ਅਪਰ ਲਿਮਿਟ ਪੁੱਟ ਕੀਤੀ, ਫਿਰ ਮਾਈਨਸ ਪਾ ਕੇ ਲੋਅਰ ਲਿਮਿਟ ਪੁੱਟ ਕਰੀ ਦੀ ਆ। ਚਲੋ ਇਹ ਇੱਕ ਮੈਥਮੈਟੀਕਲ ਵਿਸ਼ਾ ਵਾ, ਮੈਥਮੈਟੀਕਲ ਕਨਸੈਪਟ ਆ, ਫਾਰਮੂਲਾ ਵਾ ਜਿਹੜਾ ਮੈਂ ਥੋੜਾ ਜਿਹਾ ਇਹਦੇ ਤੇ ਡਿਫਾਈਨ ਕੀਤਾ। ਇਹ ਸਾਡਾ ਵਿਸ਼ਾ ਨਹੀਂ, ਇਹ ਸਿਰਫ ਮੈਂ ਤੁਹਾਨੂੰ ਇੱਕ ਰਿਮਾਈਂਡਰ ਦਵਾਇਆ ਵਾ ਕਿ ਇੱਕ ਇਹ ਫਾਰਮੂਲਾ ਵਾ। ਜੇਕਰ +1 ਦੇ ਬੱਚੇ ਨੇ ਫਾਰਮੂਲਾ ਨਹੀਂ ਵੀ ਪੜਿਆ ਤੇ ਚਲੋ ਇਹਨੂੰ ਇੱਕ ਮਤਲਬ ਯਾਦ ਹੀ ਕਰ ਲਿਆ। ਹੁਣ ਦੇਖੋ ਇੱਧਰ ਵਾਪਸ ਆਉਂਦੇ, ਪ੍ਰੈਸ਼ਰ ਕਾਂਸਟੈਂਟ ਨਹੀਂ ਆ, ਬਾਹਰ ਨਿਕਲੇਗਾ। ਹੁਣ ਆਪਾਂ ਕੀ ਕਰਦੇ ਆ, ਪ੍ਰੈਸ਼ਰ ਨੇ ਇੰਟੀਗ੍ਰੇਟ ਹੋਣਾ ਵਾ ਵਿਦ ਰਿਸਪੈਕਟ ਟੂ ਵੋਲਿਊਮ। ਸਾਨੂੰ ਕੀ ਕਰਨਾ ਪੈਣਾ ਵਾ, ਪ੍ਰੈਸ਼ਰ ਦੀ ਇਹੋ ਜਿਹੀ ਇਕੁਏਸ਼ਨ ਲੱਭੋ ਜਿਹਦੇ ਵਿੱਚ ਵੋਲਿਊਮ ਆਉਂਦਾ, ਤੇ ਸਾਨੂੰ ਪਤਾ ਵਾ we know isothermal process ਦੇ ਵਿੱਚ ਕੀ ਹੁੰਦਾ ਵਾ, PV is equal to constant। ਆਪਾਂ ਪਹਿਲਾਂ ਹੁਣੇ ਪੜਿਆ ਸੀ ਕਿ ਪ੍ਰੈਸ਼ਰ ਤੇ ਵੋਲਿਊਮ ਦੀ ਜਿਹੜੀ ਮਲਟੀਪਲੀਕੇਸ਼ਨ ਆ ਉਹ ਕੀ ਆ, ਕਾਂਸਟੈਂਟ ਆ, ਤੇ ਆਪਾਂ ਕਾਂਸਟੈਂਟ ਨੂੰ ਮੰਨ ਲੈਂਦੇ ਆ k, ਆਪਾਂ ਇਹਨੂੰ k ਮੰਨ ਲੈਂਦੇ ਆ, ਕੋਈ ਵੀ ਡਿਜ਼ਰ ਲਿਖ ਸਕਦੇ ਆ। ਤੇ ਪ੍ਰੈਸ਼ਰ ਕੀ ਹੋ ਗਿਆ, ਇੱਥੋਂ ਪ੍ਰੈਸ਼ਰ ਦਾ ਕੀ ਫਾਰਮੂਲਾ ਬਣਿਆ, ਆਪਾਂ ਇਹਨੂੰ ਮਿਟਾ ਲੈਂਦੇ ਆ। ਪ੍ਰੈਸ਼ਰ ਅਸੀਂ ਲਿਖਿਆ ਪ੍ਰੈਸ਼ਰ ਇਜ਼ ਇਕੁਅਲ ਟੂ K ਬਟਾ V, ਇੱਥੋਂ ਲਿਖਿਆ। ਹੁਣ ਸਾਡੇ ਕੋਲ ਇਕੁਏਸ਼ਨ ਕੀ ਸੀ, 3 ਫਰੋਮ ਆਪਾਂ ਕੀ ਕਰਦੇ ਆ 3 and 4, ਫਰੋਮ 3 and 4 ਮਤਲਬ 3 ਦੇ ਵਿੱਚ 4 ਨੰਬਰ ਤੋਂ ਵੈਲਿਊ ਤੇ ਸਾਡੇ ਕੋਲ ਬਣੀ W
इज इक्वल टू इंटीग्रेशन v1 v2 k बटा v d। ऐ साडे कोल बनया k कांस्टेंट आ, ਅਸੀਂ ਬਾਹਰ ਕੱਢ ਸਕਦੇ ਆ k ऊपर dv नीचे v v1 v2। ਹੁਣ ਦੇਖੋ ਇੱਥੇ ਮੈਥਮੈਟਿਕਸ ਦਾ ਇੱਕ ਹੋਰ ਨਿਯਮ ਲੱਗਿਆ। ਉਹ ਨਿਯਮ ਕੀ ਆ, ਸਾਡੇ ਕੋਲ ਇੰਟੀਗ੍ਰੇਸ਼ਨ ਦੇ ਵਿੱਚ ਇੱਕ ਫਾਰਮੂਲਾ ਜੇਕਰ ਇਸ ਤਰ੍ਹਾਂ ਹੋਵੇ ਕਿ 1/x dx ਤੇ ਅਸੀਂ ਇਹਨੂੰ ਸਿੰਪਲੀਫਾਈ ਕਰਨਾ ਹੋਵੇ, x ਨੂੰ 1/x ਨੂੰ ਇੰਟੀਗ੍ਰੇਟ ਕਰਨਾ ਵਾ ਵਿਦ ਰਿਸਪੈਕਟ ਟੂ x d ਦੇ ਜੋ ਅੱਗੇ ਲੱਗਾ ਹੋਵੇ ਤੇ ਇਹਦਾ ਫਾਰਮੂਲਾ ਹੁੰਦਾ log x। ਇਹਦਾ ਫਾਰਮੂਲਾ log x, ਇਹਦਾ ਮਤਲਬ ਆਨਸਰ ਇਹ ਹੁੰਦਾ। ਹੁਣ ਇੱਥੇ ਆਪਾਂ ਕੀ ਕਰਾਂਗੇ, ਇੱਥੇ ਵੀ ਆਪਾਂ ਇਦਾਂ ਹੀ ਕਰਾਂਗੇ w k, ਇਹਨੂੰ ਸਿੰਪਲੀਫਾਈ ਕਰਾਂਗੇ log v ਆਏਗਾ। ਪਰ ਇੱਥੇ ਲਿਮਿਟਸ ਆ v1 ਤੇ v2, ਆਪਾਂ ਕੀ ਕਰਦੇ ਆ ਇੱਥੇ ਇੱਕ ਡੰਡਾ ਪਾ ਕੇ v1 ਤੇ v2 ਲਿਮਿਟਸ ਲਿਖ ਲਓ ਤੇ ਜਿਹੜੀਆਂ ਲਿਮਿਟਸ ਹੁੰਦੀਆਂ ਉਹਨੂੰ ਹੁਣੇ ਮੈਂ ਦੱਸਿਆ ਕਿਵੇਂ ਲਿਖਦੇ ਆ k ਕਾਮਨ। ਹੁਣ ਆਪਾਂ log v ਦੀਆਂ ਲਿਮਿਟਸ ਆ v1 ਤੇ v2, ਆਪਾਂ ਪਹਿਲਾਂ ਕੀ ਕਰਦੇ ਆ अपर लिमिट पुट करते हैं v2 पुट करना वा v की जगह पे, फिर माइनस लोअर लिमिट पुट करनी है, लोअर लिमिट कितनी है v1 log v1। हम देखो अगेन एक फार्मूला, एक log ਦੇ ਵਿੱਚ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਕਿ log a log b is equal to log a over b। इथे भी वो लगेगा बनया k log v2 upon v1 v2 upon v1। ये साडे कोल फार्मूला बनया, मतलब वर्क डन बनया, वर्क डन इन आइसोथर्मल प्रोसेस। आइसोथर्मल प्रोसेस दे विच साडे कोलों जदों असीं किसी गैस दे उत्ते वर्क कीता ते उहदा वॉल्यूम v1 तो v2 हो गया ਤੇ ਅਸੀਂ ਵਰਕ ਕਿਵੇਂ ਕੈਲਕੂਲੇਟ ਕੀਤਾ, ਅਸੀਂ ਵਰਕ ਇਸ ਤਰੀਕੇ ਨਾਲ ਕੈਲਕੂਲੇਟ ਕੀਤਾ। k ਕੀ ਆ, k ਸਾਨੂੰ ਪਤਾ ਵਾ ਪ੍ਰੈਸ਼ਰ ਇਨਟੂ ਵੋਲਿਊਮ ਦੀ ਜਿਹੜੀ ਗੁਣਾ ਵਾ ਉਹ ਕਿਹਦੇ ਬਰਾਬਰ ਆ r ਤੇ t ਦੇ ਬਰਾਬਰ। ਮੈਂ ਇਸ k ਦੀ ਜਗ੍ਹਾ ਤੇ rt ਲਿਖ ਲੈਣਾ, w is equal to rt log v2 upon v1। ਜੇਕਰ ਗੈਸ ਦੇ n ਮੋਲੀਕਿਊਲ ਆ ਫਿਰ ਅਸੀਂ ਇੱਥੇ n ਨਾਲ ਗੁਣਾ ਵੀ ਕਰ ਸਕਦੇ ਹਾਂ, इथे n ਨਾਲ गुणा कर ਦਾਂਗੇ मल्टीप्लाई कर ਦਾਂਗੇ क्योंकि pv nrt इक्वेशन ਬਣਨੀ ਆ। सो फॉर n मॉलिक्यूल्स फॉर n मोल्स जे गैस ਦੇ n मोल होणगे ਇਹ ਵਾਲੀ ਇਕੁਏਸ਼ਨ ਬਣੇਗੀ w is equal to nrt log v2 upon v1। ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ ਕਿ log ਵੀ ਦੋ ਤਰ੍ਹਾਂ ਦਾ ਹੁੰਦਾ ਵਾ, ਇੱਕ ਹੁੰਦਾ ਵਾ ਕਾਮਨ log, एक ਹੁੰਦਾ ਵਾ ਨੈਚੁਰਲ ਲੌਗ। ਹੁਣ ਦੇਖੋ ਕਾਮਨ ਲੌਗ ਤੇ ਨੈਚੁਰਲ ਲੌਗ 'ਚ ਕੀ ਫਰਕ ਆ, ਜਿਵੇਂ ਮੰਨ ਲਓ ਲੌਗ ਬੇਸ ਪਾਵਰ e ਹੋਵੇ, ਇੱਥੇ x ਹੋਵੇ, ਜਦੋਂ ਬੇਸ ਪਾਵਰ e ਹੋਵੇ ਨਾ ਉਹਨੂੰ ਅਸੀਂ ਬੋਲਦੇ ਆ ਨੈਚੁਰਲ ਲੌਗ, ਤੇ ਜਦੋਂ ਬੇਸ ਪਾਵਰ 10 ਹੋਵੇ ਤੇ ਉਦੋਂ ਬੋਲਦੇ ਆ ਕਾਮਨ ਲੌਗ। ਤੇ ਦੋਵਾਂ 'ਚ ਫਰਕ ਕੀ ਆ, ਦੋਵਾਂ 'ਚ ਫਰਕ ਆ ਕਿ ਅਸੀਂ ਦੋਨਾਂ ਨੂੰ ਇਕੁਏਟ ਕਰਨਾ ਹੋਵੇ ਤੇ ਇੱਥੇ ਆਉਂਦਾ 2.303 ਤੇ ਅੱਗੇ ਆਏਗਾ ਇੱਥੇ ਮਲਟੀਪਲੀਕੇਸ਼ਨ log ਬੇਸ ਪਾਵਰ 10x। ਮਤਲਬ x ਜਿਹੜਾ ਨੈਚੁਰਲ log ਆ ਜਿਹਦੇ ਪੈਰਾਂ ਦੇ ਵਿੱਚ e ਆ ਉਹਦੇ ਤੋਂ ਅਸੀਂ ਕਾਮਨ log ਦੇ ਵਿੱਚ ਟ੍ਰਾਂਸਫਰ ਕਰਨਾ ਹੋਵੇ ਕਿਸੇ ਵੈਲਿਊ ਨੂੰ ਤੇ 2.303 ਨਾਲ ਆਪਾਂ ਕੀ ਆ ਮਲਟੀਪਲਾਈ ਕਰਦੇ ਆ। ਇੱਥੇ ਜਿਹੜਾ log ਆ ਰਿਹਾ ਵਾ, ਜਿਹੜਾ ਇੱਥੇ log ਆ ਰਿਹਾ ਵਾ ਉਹ ਕੀ ਆ ਨੈਚੁਰਲ log ਆ e ਹਰ ਜਗ੍ਹਾ ਤੇ ਜੇਕਰ ਆਪਾਂ ਇਹਨੂੰ ਬੇਸ ਪਾਵਰ 10 ਕਾਮਨ log ਦੇ ਵਿੱਚ ਤਬਦੀਲ ਕਰਨਾ ਇਹ ਇਕੁਏਸ਼ਨ ਬਣੇਗੀ w is equal to 2.303 nrt log v2 upon v1। मतलब ਇੱਕ ਤੇ ਵਰਕ ਡਨ ਇਨ ਆਈਸੋਥਰਮਲ ਪ੍ਰੋਸੈਸ ਇਹ ਚੀਜ਼ ਇਕੁਏਸ਼ਨ ਆਈ ਤੇ ਇੱਕ ਸਾਡੇ ਕੋਲੋਂ ਇਹ ਇਕੁਏਸ਼ਨ ਆਈ। ਹੁਣ ਦੇਖੋ ਸਾਡੇ ਕੋਲੋਂ ਦੋ ਇਕੁਏਸ਼ਨਸ ਆਈਆਂ ਵਾ ਵਰਕ ਡਨ ਦੀਆਂ ਇਹਦੇ ਵਿੱਚ ਆਈਸੋਥਰਮਲ ਪ੍ਰੋਸੈਸ ਦੇ ਵਿੱਚ, ਤੇ ਜੇਕਰ ਆਪਾਂ ਇਸ ਇਕੁਏਸ਼ਨ ਨੂੰ ਟ੍ਰਾਂਸਫਰ ਕਰਨਾ ਹੋਵੇ ਤੇ ਅਸੀਂ ਕਿਸੇ ਹੋਰ ਰੂਪ ਦੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹਾਂ।
ਅਸੀਂ ਇੱਥੇ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਦੇਖੋ ਸਾਨੂੰ ਪਤਾ ਵਾ ਕਿ ਫॉर ਆਈਸੋਥਰਮਲ ਸਿਸਟਮ ਦੇ ਵਿੱਚ ਕੀ ਆ, ਪ੍ਰੈਸ਼ਰ ਇਨਟੂ ਵੋਲਿਊਮ ਕਿਹਦੇ ਬਰਾਬਰ ਆ, RT ਜਾਂ ਕਾਂਸਟੈਂਟ। ਇਹਦਾ ਮਤਲਬ ਪ੍ਰੈਸ਼ਰ ਤੇ ਵੋਲਿਊਮ ਦੀ ਮਲਟੀਪਲੀਕੇਸ਼ਨ ਕਾਂਸਟੈਂਟ ਆ ਆਈਸੋਥਰਮਲ ਦੇ ਵਿੱਚ। ਇਹਦਾ ਮਤਲਬ ਮੰਨ ਲਓ ਕਿਸੇ ਇਨੀਸ਼ੀਅਲ ਸਟੇਜ ਤੇ ਪ੍ਰੈਸ਼ਰ ਆ P1 ਤੇ ਵੋਲਿਊਮ ਆ V1 ਤੇ ਬਾਅਦ ਵਿੱਚ ਕਿਸੇ ਸਟੇਜ ਤੇ ਦੇਖਿਆ ਪ੍ਰੈਸ਼ਰ P2 ਤੇ V2 ਤੇ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਕੀ ਆ, ਦੋਨਾਂ ਦੀ ਪ੍ਰੋਡਕਟ ਹਰ ਵੇਲੇ ਕੀ ਆ, ਬਰਾਬਰ ਹੋਣੀ ਚਾਹੀਦੀ ਆ। ਸੋ P1 upon P2 is equal to V2 upon V1 ਤੇ ਆਪਾਂ ਕੀ ਕਰਦੇ ਆ, V2 upon V1 ਦੀ ਵੈਲਿਊ ਭਰ ਦਿੰਦੇ ਆ ਤੇ ਸਾਡੇ ਕੋਲ ਇਕੁਏਸ਼ਨ ਬਣਦੀ nRT log, ਇਹ ਵਾਲੀ ਇਕੁਏਸ਼ਨ ਬਣਾ ਲੈਂਦੇ ਆ ਨੈਚੁਰਲ ਲੌਗ ਵਾਲੀ, V2 upon V1 मतलब P1 upon P2। मतलब हो सकता किसी न्यूमेरिकल ਦੇ ਵਿੱਚ ਵੋਲਿਊਮ ਦਿੱਤਾ ਹੋਵੇ, ਕਿਸੇ न्यूमेरिकल ਦੇ ਵਿੱਚ ਪ੍ਰੈਸ਼ਰ ਦਿੱਤਾ ਹੋਵੇ। ਇਹ ਸਾਨੂੰ ਦੇਖਣਾ ਪਏਗਾ ਕਿ ਕਿਹੜੀ ਕੁਆਂਟੀਟੀ ਗਿਵਨ ਆ, ਉਹਦੇ ਹਿਸਾਬ ਨਾਲ ਅਸੀਂ ਵਰਕ ਡਨ ਦੀ ਇਕੁਏਸ਼ਨ ਜਿਹੜੀ ਆ ਉਹ ਯੂਜ਼ ਕਰਨੀ ਹੈ। ਹੁਣ ਅਸੀਂ ਦੇਖਿਆ ਕਿ ਅਸੀਂ ਜਦੋਂ ਸਾਨੂੰ ਕੋਈ न्यूमेरिकल ਆਏਗਾ ਕਿ ਵਰਕ ਡਨ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਹੋ ਰਿਹਾ ਵਾ ਤੇ ਸਾਨੂੰ ਇਹ ਚੈੱਕ ਕਰਨਾ ਪਏਗਾ ਕਿ ਸਾਨੂੰ ਗਿਵਨ ਕੀ ਦਿੱਤਾ। ਜੇ ਤੇ ਗਿਵਨ ਦਿੱਤਾ ਵਾ ਵੋਲਿਊਮ ਤੇ ਫਿਰ ਅਸੀਂ ਇਹ ਇਕੁਏਸ਼ਨਸ ਯੂਜ਼ ਕਰ ਸਕਦੇ ਹਾਂ। ਜੇਕਰ ਸਾਨੂੰ ਗਿਵਨ ਦਿੱਤਾ ਵਾ ਪ੍ਰੈਸ਼ਰ ਤੇ ਫਿਰ ਅਸੀਂ ਇਸ ਇਕੁਏਸ਼ਨ ਨੂੰ ਇਸ ਰੂਪ ਦੇ ਵਿੱਚ ਵੀ ਲੈ ਕੇ ਜਾ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਵਾ, ਮੈਂ ਇੱਥੇ ਦੁਬਾਰਾ ਦੱਸ ਦਿੰਦਾ ਕਿ ਆਈਸੋਥਰਮਲ ਦੇ ਵਿੱਚ ਪ੍ਰੈਸ਼ਰ ਤੇ ਵੋਲਿਊਮ ਦੀ ਜਿਹੜੀ ਮਲਟੀਪਲੀਕੇਸ਼ਨ ਆ ਉਹ ਕੀ ਹੁੰਦੀ ਆ, ਕਾਂਸਟੈਂਟ ਹੁੰਦੀ ਆ। ਹੁਣ ਮੰਨ ਲਓ ਇੱਕ ਸਿਸਟਮ ਨੂੰ, ਸਾਡੇ ਕੋਲ ਕੋਈ ਸਿਸਟਮ ਆ ਇੱਥੇ ਤੇ ਅਸੀਂ ਚੈੱਕ ਕੀਤਾ ਕਿ ਇਸ ਸਿਸਟਮ ਦਾ ਸਟਾਰਟਿੰਗ ਇਨੀਸ਼ੀਅਲ ਜਿਹੜਾ ਪ੍ਰੈਸ਼ਰ ਆ P1 ਆ ਤੇ ਵੋਲਿਊਮ V1। ਹੁਣ ਇਸ ਸਿਸਟਮ ਨੂੰ ਹੀਟ ਦਿੱਤੀ, ਬਾਅਦ ਵਿੱਚ ਅਸੀਂ ਕੁਝ ਸਮੇਂ ਬਾਅਦ ਚੈੱਕ ਕੀਤਾ ਇਹਦਾ ਪ੍ਰੈਸ਼ਰ P2 ਤੇ ਇਹਦਾ ਵੋਲਿਊਮ V2 ਤੇ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਕੀ ਆ, ਕਹਿੰਦਾ ਪ੍ਰੈਸ਼ਰ ਤੇ ਵੋਲਿਊਮ ਦੀ ਜਿਹੜੀ ਮਲਟੀਪਲੀਕੇਸ਼ਨ ਆ ਉਹ ਹਰ ਸਟੇਜ ਤੇ ਕਾਂਸਟੈਂਟ ਹੋਣੀ ਚਾਹੀਦੀ ਆ। ਇਸ ਕਰਕੇ ਆਪਾਂ ਲਿਖਤਾ P1 V1 P2 V2। ਜੇਕਰ ਕੋਈ ਤੀਸਰੀ ਸਟੇਜ ਹੁੰਦੀ ਨਾ, ਤੁਸੀਂ ਤੀਸਰੀ ਸਟੇਜ ਤੇ ਚੈੱਕ ਕਰਦੇ ਇੱਥੇ ਲਿਖ ਸਕਦੇ ਸੀ ਇਕੁਅਲ ਪਾ ਕੇ P3 V3 मतलब इक्वल टू P3 V3। सो ਸਾਡੇ ਕੋਲੋਂ ਇਹ ਵਾਲਾ ਜਿਹੜਾ ਸਾਰੀ ਡੈਰੀਵੇਸ਼ਨਸ ਆ ਅਸੀਂ ਕੀਤੀ ਵਰਕ ਡਨ ਇਨ ਆਈਸੋਥਰਮਲ ਪ੍ਰੋਸੈਸ। ਤੋਂ ਬਾਅਦ ਅਸੀਂ ਦੇਖਦੇ ਹਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ। ਸੋ ਸ਼ੁਰੂ ਕਰਦੇ ਹਾਂ ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਕਿਹੜੀ ਚੀਜ਼ ਕਾਂਸਟੈਂਟ ਹੁੰਦੀ ਆ, ਹੀਟ ਕਾਂਸਟੈਂਟ ਹੁੰਦੀ ਆ। ਸੋ ਹੀਟ ਕੀ ਆ ਇਸ ਪ੍ਰੋਸੈਸ ਦੇ ਵਿੱਚ ਕਾਂਸਟੈਂਟ ਆ। ਜਦੋਂ ਆਪਾਂ ਆਈਸੋਥਰਮਲ ਪ੍ਰੋਸੈਸ ਕੀਤਾ ਸੀ ਤੇ ਆਪਾਂ ਵਰਕ ਡਨ ਕਰਨ ਲੱਗਿਆ ਇਹ ਕਿਹਾ ਸੀ ਕਿ ਆਪਾਂ ਬਾਹਰੋਂ ਗੈਸ ਦੇ ਉੱਤੇ ਵਰਕ ਕੀਤਾ ਤੇ ਗੈਸ ਦਾ ਵੋਲਿਊਮ V1 ਤੋਂ V2 ਹੋ ਗਿਆ। ਆਪਾਂ ਇਹਨੂੰ ਉਲਟਾ ਕਰਦੇ ਆ ਆਈਸੋਥਰਮਲ ਨਾਲ। ਆਪਾਂ ਇਸ ਤਰੀਕੇ ਨਾਲ ਸੋਲਵ ਕਰਦੇ ਆ ਕਿ ਮੰਨ ਲਓ ਵਰਕ ਡਨ ਬਾय द गैस ਤੇ ਗੈਸ ਨੇ ਖੁਦ ਵਰਕ ਕੀਤਾ। ਮੰਨ ਲਓ ਕੋਈ ਸਿਸਟਮ ਆ, ਐਡੀਆਬੈਟਿਕ ਸਿਸਟਮ ਆ ਤੇ ਇਸ ਐਡੀਆਬੈਟਿਕ ਸਿਸਟਮ ਦਾ ਕੋਈ ਆਪਣਾ ਪ੍ਰੈਸ਼ਰ ਆ, ਕੋਈ ਵੋਲਿਊਮ ਆ, ਕੋਈ ਟੈਂਪਰੇਚਰ ਆ ਤੇ ਹੀਟ ਤੇ ਅਸੀਂ ਮੰਨਦੇ ਆ ਕਾਂਸਟੈਂਟ ਆ। ਜਦੋਂ ਅਸੀਂ ਕਹਿੰਦੇ ਨਾ ਕਿ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਹੀਟ ਕਾਂਸਟੈਂਟ ਆ, ਹੀਟ ਕਾਂਸਟੈਂਟ ਦਾ ਮਤਲਬ ਆ ਕਿ ਨਾ ਤੇ ਸਿਸਟਮ ਦੀ ਹੀਟ ਬਾਹਰ ਜਾਣ ਦੇਣੀ ਆ ਤੇ ਨਾ ਬਾਹਰੋਂ ਹੀਟ ਜਿਹੜੀ ਆ ਉਹ ਅੰਦਰ ਆਉਣ ਦੇਣੀ ਆ। ਇਸ ਕਰਕੇ ਐਡੀਆਬੈਟਿਕ ਸਿਸਟਮ ਦੇ ਵਿੱਚ ਜਿਹੜਾ ਅਸੀਂ ਕੰਟੇਨਰ ਲੈਂਦੇ ਆ, ਮਤਲਬ ਸੈਂਪਲ ਨੂੰ ਪਾਉਣ ਵਾਸਤੇ ਜਿਹੜਾ ਕੰਟੇਨਰ ਲੈਂਦੇ ਆ ਉਹ ਕੀ ਹੁੰਦਾ ਵਾ, ਨੌਨ ਕੰਡਕਟਿੰਗ ਹੁੰਦਾ ਵਾ। ਨੌਨ ਕੰਡਕਟਿੰਗ ਦੇ ਨਾਲ ਕੀ ਹੋਏਗਾ, ਨਾ ਤੇ ਹੀਟ ਰੇਡੀਏਟ ਹੋਏਗੀ ਤੇ ਨਾ ਬਾਹਰਲੀ ਹੀਟ ਜਿਹੜੀ ਆ ਉਹ ਅੰਦਰ ਜਾ ਪਾਏਗੀ। ਸੋ ਐਡੀਆਬੈਟਿਕ ਜਿਹੜੇ ਪ੍ਰੋਸੈਸ ਹੁੰਦੇ ਆ ਉਹ ਰੈਪਿਡ ਪ੍ਰੋਸੈਸ ਹੁੰਦੇ ਆ, मतलब जल्दी हो जाते हैं। ਜਿਹੜੇ ਆਈਸੋਥਰਮਲ ਪ੍ਰੋਸੈਸ ਹੁੰਦੇ ਆ ਉਹਨਾਂ ਨੂੰ ਸਲੋ ਪ੍ਰੋਸੈਸ ਵੀ ਕਿਹਾ ਜਾਂਦਾ ਵਾ। ਹੁਣ ਕਈ
ਸਾਡੇ ਨੂਮੈਰੀਕਲਸ ਹੁੰਦੇ ਆ ਉਹਨਾਂ ਦੇ ਉੱਤੇ ਇਹ ਨਹੀਂ ਲਿਖਿਆ ਹੁੰਦਾ ਕਿ ਇਹ ਐਡੀਆਬੈਟਿਕ ਆ ਕਿ ਆਈਸੋਥਰਮਲ ਆ, ਸਾਨੂੰ ਗਿਵਨ ਨਹੀਂ ਹੁੰਦਾ। ਪਰ ਜੇ ਲਿਖਿਆ ਹੋਵੇ ਨਾ ਕਿ ਸਲੋ ਪ੍ਰੋਸੈਸ ਆ, ਇਹਦਾ ਮਤਲਬ ਉਹ ਆਈਸੋਥਰਮਲ ਪ੍ਰੋਸੈਸ ਆ। ਤੇ ਜੇਕਰ ਇਹ ਹੋਵੇ ਕਿ ਇਹ ਬੜਾ ਕੁਇਕਲੀ ਚੇਂਜ ਹੋਈ ਹੈ, ਮਤਲਬ ਬੜੀ ਰੈਪਿਡਲੀ ਚੇਂਜ ਹੋਈ ਆ, ਤੇ ਇਹਦਾ ਮਤਲਬ ਆ ਕਿ ਉਹ ਪ੍ਰੋਸੈਸ ਕਿਹੜਾ ਵਾ, ਉਹ ਪ੍ਰੋਸੈਸ ਐਡੀਆਬੈਟਿਕ ਆ। ਸੋ ਇਹ ਕੁਇਕਲੀ ਪ੍ਰੋਸੈਸ ਹੁੰਦੇ, ਤੇਜ਼ੀ ਨਾਲ ਹੋਣ ਵਾਲੇ ਪ੍ਰੋਸੈਸ ਹੁੰਦੇ ਆ। ਵਾਪਸ ਆਪਣੇ ਆਰਟੀਕਲ ਵੱਲ ਆਉਂਦੇ ਆ, ਜਿਵੇਂ ਕਿ ਅਸੀਂ ਕਿਹਾ ਕਿ ਕੰਸੀਡਰ ਅ ਥਰਮੋਡਾਇਨਾਮਿਕ ਐਡੀਆਬੈਟਿਕ ਸਿਸਟਮ ਹੈਵਿੰਗ ਪੈਰਾਮੀਟਰਸ ਪ੍ਰੈਸ਼ਰ, ਵੋਲਿਊਮ, ਟੈਂਪਰੇਚਰ, ਠੀਕ ਆ, and the heat contents present in the thermodynamic system is suppose Q. This is the Q. So as earlier we say this is the system where work done by the gas. We consider the work done by the gas. कि मान लो इस गैस ने आप वर्क किया, ਅਸੀਂ ਕਿਹਾ ਕਿ ਮੰਨ ਲਓ ਇਸ ਗੈਸ ਨੇ ਆਪਣਾ ਵਰਕ ਆਪ ਕੀਤਾ ਤੇ ਵੋਲਿਊਮ ਐਕਸਪੈਂਡ ਕੀਤਾ V1 ਤੋਂ, ਪਹਿਲਾਂ ਇਹਦਾ ਵੋਲਿਊਮ V1 ਸੀ, ਬਾਅਦ ਵਿੱਚ V2, ਤੇ ਜਦੋਂ ਵੋਲਿਊਮ ਐਕਸਪੈਂਡ ਕੀਤਾ ਤੇ ਅਸੀਂ ਕਿਹਾ ਕਿ ਵਰਕ ਕਿੰਨਾ ਹੈ, dW = PdV। ਸੋ ਪਹਿਲਾਂ ਅਸੀਂ ਮੰਨ ਲੈਂਦੇ ਆ ਕਿ ਇਸ ਸਿਸਟਮ ਦੇ ਵਿੱਚ ਵੀ ਮੰਨ ਲਓ ਇਸ ਗੈਸ ਨੇ ਵਰਕ ਕੀਤਾ ਤੇ ਸਟਾਰਟਿੰਗ ਦੇ ਵਿੱਚ ਇਹਨੇ ਵੋਲਿਊਮ ਚੇਂਜ ਕੀਤਾ d, ਵਧਿਆ, ਹੁਣ ਆਪਾਂ ਕਹਿ ਰਹੇ ਆ ਵਧਿਆ। ਜੇ dV ਵੋਲਿਊਮ ਚੇਂਜ ਕੀਤਾ ਤੇ ਡਿਫਰੈਂਸ਼ੀਅਲ ਵਰਕ ਹੋਇਆ। ਹੁਣ ਉਸੇ ਤਰੀਕੇ ਨਾਲ ਅਗਲੀ ਗੱਲ ਕਰਦੇ ਆ ਕਿ ਸਪੋਜ਼ ਵੋਲਿਊਮ ਚੇਂਜ V1 to V2, मतलब फाइनाइट चेंज हुई, पर हुण जदों चेंज हुई ना, गैस नूं तुसीं हीट दित्ती आ, गैस ने अपने आप नूं एक्सपैंड कीता, मतलब उबाला करता। ਅਸੀਂ ਕਿਹਾ V1 ਤੋਂ V2 ਹੋ ਗਈ, ਠੀਕ ਆ। ਜਦੋਂ V1 ਤੋਂ V2 ਹੋ ਗਈ ਤੇ ਟੋਟਲ ਵਰਕ ਕਿੰਨਾ ਹੋਇਆ, ਟੋਟਲ ਵਰਕ ਬਾਈ ਗੈਸ। ਹੁਣ ਗੈਸ ਵਰਕ ਕਰਦੀ ਪਈ ਆ ਆਪਣੇ ਆਪ, ਆਪਣਾ ਵੋਲਿਊਮ ਐਕਸਪੈਂਡ ਕਰਦੀ ਪਈ ਆ, ਤੇ ਅਸੀਂ ਕੀ ਕਰਾਂਗੇ, ਇਹਨੂੰ ਇੰਟੀਗ੍ਰੇਟ ਕਰਾਂਗੇ, ਪਹਿਲਾਂ ਦੀ ਤਰ੍ਹਾਂ ਇੰਟੀਗ੍ਰੇਟ ਕਰਾਂਗੇ Pd। ਹੁਣ ਦੇਖੋ ਉਸੇ ਤਰੀਕੇ ਨਾਲ ਹੀ ਜਿਵੇਂ ਆਈਸੋਥਰਮਲ ਦੇ ਵਿੱਚ ਕੀਤਾ ਸੀ, वॉल्यूम V1 तो V2 है। इन एडियाबैटिक प्रोसेस ਦੇ ਵਿੱਚ ਜਿਹੜੀ ਗੈਸ ਇਕੁਏਸ਼ਨ ਆ ਉਹ ਕੀ ਆ, P1 PV ਇੱਥੇ ਗਾਮਾ = ਕਾਂਸਟੈਂਟ। ਆਈਸੋਥਰਮਲ ਕੀ ਸੀ, ਪ੍ਰੈਸ਼ਰ ਤੇ ਵੋਲਿਊਮ ਦੀ ਮਲਟੀਪਲੀਕੇਸ਼ਨ ਕਾਂਸਟੈਂਟ ਸੀ, ਇੱਥੇ ਪ੍ਰੈਸ਼ਰ ਵੋਲਿਊਮ ਦੀ ਪਾਵਰ ਗਾਮਾ ਕਾਂਸਟੈਂਟ ਆ। ਹੁਣ ਦੇਖੋ ਗਾਮਾ ਕੀ ਸੀ, ਸਾਨੂੰ ਪਤਾ ਗਾਮਾ = Cp/Cv, मतलब उस गैस ਦੀ specific heat capacity at constant pressure and specific heat capacity at constant volume ਦੀ ਰੇਸ਼ੋ ਇੱਕੋ ਸੈਂਪਲ ਦੀ, ਉਹਨੂੰ ਅਸੀਂ ਗਾਮਾ ਨਾਲ ਰਿਪਰੈਜ਼ੈਂਟ ਕਰਦੇ ਆ। ਤੇ ਸਾਡੀ ਐਡੀਆਬੈਟਿਕ ਜਿਹੜੀ ਗੈਸ ਇਕੁਏਸ਼ਨ ਆ ਉਹ ਕੀ ਆ, PV ਗਾਮਾ = constant। ਤੇ ਆਪਾਂ ਇਹਦਾ ਲਿਖ ਲੈਂਦੇ ਆ PV गामा कांस्टेंट मतलब K, ये लिखा जाएगा। सो प्रेशर की वैल्यू कितनी आ गई इथों, ਅਸੀਂ प्रेशर की वैल्यू ਕੱਢੀ, प्रेशर = K V गामा, ਇਹ ਵੀ ਵੋਲਿਊਮ ਦਾ ਗਾਮਾ ਕੀ ਆ, ਇੱਕ Cp/Cv ਦੀ ਸਾਡੇ ਕੋਲੋਂ ਕੀ ਆ ਰੇਸ਼ੋ। ਸੋ ਮੇਰੇ ਕੋਲੋਂ ਅਜੇ ਤੱਕ ਤਿੰਨ ਇਕੁਏਸ਼ਨ ਆਈਆਂ। ਅਜੇ ਤੱਕ ਅਸੀਂ ਉਸੇ ਤਰੀਕੇ ਨਾਲ ਕਰਦੇ ਪਏ ਆ ਜਿਵੇਂ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਕੀਤਾ। ਫਰਕ ਕਿੱਥੇ ਆਇਆ, ਫਰਕ ਇਹ ਆਇਆ ਕਿ ਉੱਥੇ ਆਪਾਂ ਮੰਨਿਆ ਸੀ ਕਿ ਵਰਕ ਡਨ ਔਨ ਦਾ ਗੈਸ, ਆਪਾਂ ਬਾਹਰੋਂ ਵਰਕ ਕਰਾਇਆ ਤੇ ਵੋਲਿਊਮ ਜਿਹੜਾ ਉਹ ਰਿਡਿਊਸ ਹੋ ਗਿਆ। ਇੱਥੇ ਕੀ ਕਰਦੇ ਪਏ ਆ, ਇੱਥੇ ਅਸੀਂ ਮੰਨਿਆ ਕਿ ਵਰਕ ਡਨ ਬਾਈ ਦਾ ਗੈਸ, ਗੈਸ ਨੇ ਖੁਦ ਕੀਤਾ ਤੇ ਉਹਦਾ ਵੋਲਿਊਮ ਐਕਸਪੈਂਡ ਹੋਇਆ। ਤੇ ਦੂਸਰੀ ਚੇਂਜ ਕਿੱਥੇ ਆਈ, ਇਸ ਗੈਸ ਇਕੁਏਸ਼ਨ ਦੀ, ਉੱਥੇ ਪ੍ਰੈਸ਼ਰ ਇਨਟੂ ਵੋਲਿਊਮ ਕਾਂਸਟੈਂਟ ਆ, ਇੱਥੇ ਪ੍ਰੈਸ਼ਰ ਵੋਲਿਊਮ ਦੀ ਪ੍ਰੋਡਕਟ with power gamma constant। so ਉਹਦੇ corresponding ਅਸੀਂ ਕੀ ਆ K upon V gamma ਦੀ ਵੈਲਿਊ ਕੱਢਦੇ। so ਇਹ ਵੈਲਿਊ ਅਸੀਂ ਕੀ ਕਰਦੇ ਆ, ਇਸ 2 ਨੰਬਰ ਇਕੁਏਸ਼ਨ ਚ ਭਰਦੇ ਆ from 2 and 3, 2 ਤੇ 3 ਤੋਂ ਅਸੀਂ ਕੀ ਲਿਖਦੇ ਆ, ਜਦੋਂ ਵਰਕ ਨੂੰ ਡਿਫਰੈਂਸ਼ੀਅਲ ਵਰਕ ਨੂੰ ਇੰਟੀਗ੍ਰੇਟ ਕਰਾਂਗੇ ਤੇ ਇਹ
W लिखा जाएगा P की जगह पे K V गामा dV ਤੇ ਲਿਮਟਸ V1 V2 ਹੁਣ V गामा ਨੂੰ ਆਪਾਂ ਕੀ ਲਿਖ ਸਕਦੇ ਹਾਂ ਕਿ V गामा ਉੱਪਰ ਲੈ ਜਾਗੇ V ਦੀ ਪਾਵਰ गामा ਤੇ ਮਾਈਨਸ ਹੋ ਜਾਏਗੀ ਮਾਈਨਸ ਤੇ ਇੱਥੇ D V1 V ਹੁਣ ਦੇਖੋ ਇਹਨੂੰ ਕੰਪਲੀਟਲੀ ਮੈਥਮੈਟਿਕਲੀ ਸੋਲਵ ਕਰਨਾ ਹੈ ਇੰਟੀਗ੍ਰੇਸ਼ਨ ਤੇ ਲਾਅ ਜੋ ਵੀ ਇਹਦੇ ਚ ਨਿਯਮ ਲੱਗਣਗੇ ਮੈਥਮੈਟਿਕਸ ਤੇ ਉਹਨਾਂ ਦੇ ਮੁਤਾਬਕ ਆਪਾਂ ਕੀ ਆ ਸਾਨੂੰ ਇਹਨੂੰ ਸਿੰਪਲੀਫਾਈ ਕਰਨਾ ਹੈ ਜਿਵੇਂ ਇੱਥੇ ਕੀ ਸੀ v ਦੀ ਵੋਲਿਊਮ ਦੀ ਪਾਵਰ ਗਾਮਾ ਸੀ ਸਾਨੂੰ ਪਤਾ ਵਾ ਕਿ ਜੇ ਨੀਚੇ ਵਾਲੀ ਰਕਮ ਨੂੰ ਉੱਪਰ ਲੈ ਕੇ ਜਾਣਾ ਹੋਵੇ ਤੇ ਉਹਦੇ ਨਾਲ ਸਾਈਨ ਕੀ ਲੱਗ ਜਾਣਾ ਵਾ ਮਾਈਨਸ ਲੱਗ ਜਾਣਾ ਅਸੀਂ ਮਾਈਨਸ ਗਾਮਾ ਲਗਾ ਹੁਣ ਅਸੀਂ ਇਹਨੂੰ ਸਿੰਪਲੀਫਾਈ ਕਰਦੇ ਹਾਂ ਸਾਡੇ ਕੋਲ ਕੀ ਆਇਆ ਵੋਲਰ ਇਜ਼ ਇਕੁਅਲ ਟੂ k ਕਾਂਸਟੈਂਟ ਆ ਬਾਹਰ ਕੱਢ ਲਿਆ इंटीग्रेशन स्टेप वॉल्यूम माइनस गामा d पावर v1 तो पावर v2 जाएगी सो और सिंपलीफाई करिए नु के इंटीग्रेशन का नियम किया इंटीग्रेशन का नियम आ x dx मैं पहले दसया कि यदि पावर 1 ना यदि पावर 1 प्लस हो जाएगी उससे पावर दे नाल इनु डिवाइड कर ਤੇ ਇੱਥੇ ਆਪਾਂ ਕੀ ਲਿਖਾਂਗੇ v ਦੀ ਪਾਵਰ ਮਾਈਨਸ ਗਾਮਾ ਦੇ ਵਿੱਚ ਇੱਕ ਪਲੱਸ ਕਰਾਂਗੇ ਤੇ ਮਾਈਨਸ ਗਾਮਾ ਪਲੱਸ 1 ਦੇ ਨਾਲ ਇਹਨੂੰ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਲਿਮਟਸ ਆ v1 ਤੇ v2 ਦੋ ਲਿਮਟਸ ਹੁਣ ਇਹਨੂੰ ਸਿੰਪਲੀਫਾਈ ਕਰਾਂਗੇ ਮੈਥਮੈਟਿਕਸ ਦੇ ਸਾਰੇ ਨਿਯਮਾਂ ਦੇ ਤਹਿਤ ਕਿ v ਇਹਨੂੰ ਥੋੜਾ ਬਹੁਤ ਸਿੰਪਲੀਫਾਈ ਕਰ ਲਈਏ ਜੇਕਰ ਵੋਲਿਊਮ 1 ਮਾਈਨਸ ਗਾਮਾ ਇਹਨੂੰ ਅਪਨ 1 ਮਾਈਨਸ ਗਾਮਾ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਕਿਉਂਕਿ 1 ਅੱਗੇ ਆ ਗਿਆ ਮਾਈਨਸ ਗਾਮਾ ਤੇ ਇਹਦੀਆਂ ਪਾਵਰਸ v2 v1 ਹੁਣ ਲਿਮਟਸ ਪੁੱਟ ਅਪ ਕਰਦੇ ਆ ਇਹਦੇ ਵਿੱਚ ਜਦੋਂ ਲਿਮਟਸ ਕਰਾਂਗੇ ਕਿ पहला अपर लिमिट 1 अपॉन माइनस गामा ਦੀ ਬਾਹਰ ਕੱਢ ਲੈਂਦੇ ਆ अपर लिमिट पुट करते हैं ये आया v2 1 माइनस गामा फिर माइनस फिर v1 1 माइनस गामा ये सारा कुछ मैथमेटिक्स के रूल के जरिए ਅਸੀਂ ਸੋਲਵ ਕਰ ਰਹੇ ਹਾਂ ਇਸ ਕੋਈ ਫਿਜ਼ਿਕਸ ਨਹੀਂ ਹੈਗੀ ਫਿਜ਼ਿਕਸ ਤੇ ਸਾਡੀ ਇੱਥੋਂ ਤੱਕ ਸੀ ਕਿ ਆਈਡੀਅਲ ਜਿਹੜੀ ਗੈਸ ਇਕੁਏਸ਼ਨ ਫॉर ਐਡੀਆਬੈਟਿਕ ਸਿਸਟਮ बाकी तो मैथमेटिकली ਅਸੀਂ ਸੋਲਵ ਕਰਦੇ ਪਏ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਸਾਰੇ ਸਟੈਪਸ ਨੂੰ ਕੀ ਆ ਵਕਤ ਤਰੀਕੇ ਨਾਲ ਇਹਨਾਂ ਨੂੰ ਮੈਂ ਜਸਟੀਫਾਈ ਕਰ ਸਕਾਂ ਤੁਹਾਨੂੰ ਸਮਝਾ ਸਕਾਂ ਸੋ ਮੇਰੇ ਕੋਲ ਇਹ ਵਾਲੀ ਇਕੁਏਸ਼ਨ ਹੈ ਹੁਣ ਦੇਖੋ ਇਹ ਵਾਲੀ ਜਿਹੜੀ ਇਕੁਏਸ਼ਨ ਆ ਮੈਨੂੰ ਇੱਥੇ ਇੱਕ ਰਾਉਂਡ ਬਾਕਸ ਦੇ ਵਿੱਚ ਮਾਰਕ ਕਰਨਾ ਇਹ ਕੋਈ ਬਹੁਤਾ ਸਟੈਂਡਰਡ ਫਾਰਮ ਦੇ ਵਿੱਚ ਨਹੀਂ ਹੈ ਮੈਂ ਇਹ ਨਹੀਂ ਕਹਿ ਸਕਦਾ ਕਿ ਬਹੁਤ ਜ਼ਿਆਦਾ ਸਟੈਂਡਰਡ ਫਾਰਮ ਦੇ ਵਿੱਚ ਇਕੁਏਸ਼ਨ ਆ ਆਪਾਂ ਇਹਨੂੰ ਕੀ ਕਰਦੇ ਹਾਂ ਹੋਰ ਸਿੰਪਲੀਫਾਈ ਕਰਦੇ ਹਾਂ ਹੋਰ ਸਿੰਪਲੀਫਾਈ ਆਪਾਂ ਕਿਵੇਂ ਕਰਾਂਗੇ ਆਪਾਂ ਵਾਪਸ ਇਸ ਇਕੁਏਸ਼ਨ ਵੱਲ ਆਉਂਦੇ ਹਾਂ ਸਾਡੇ ਕੋਲ ਇਹ ਇਕੁਏਸ਼ਨ ਆ ਪ੍ਰੈਸ਼ਰ ਵੋਲਿਊਮ ਤੇ ਇਹਦੀ ਪਾਵਰ ਗਾਮਾ ਕਾਂਸਟੈਂਟ ਤੇ ਸਾਨੂੰ ਪਤਾ ਵਾ ਕਿ ਇਫ ਪ੍ਰੈਸ਼ਰ ਵੋਲਿਊਮ ਗਾਮਾ ਕਾਂਸਟੈਂਟ ਆ मतलब इन्हां दोनों की गुणा कांस्टेंट है ਆਪਾਂ लिख सकते हैं प्रेशर वॉल्यूम गामा इज इक्वल टू P2 V2 गामा मतलब प्रेशर ते वॉल्यूम दी जेडी मल्टीप्लिकेशन ऑफ कांस्टेंट आ ਆਪਾਂ ਇੱਕ ਵਾਰੀ ਪਹਿਲੀ ਸਟੇਜ ਤੇ ਦੋਨਾਂ ਦੀ ਪ੍ਰੋਡਕਟ ਲੈ ਲਈ ਇੱਕ ਵਾਰੀ ਦੂਸਰੀ ਸਟੇਜ ਤੇ ਪ੍ਰੋਡਕਟ ਲੈ ਲਈ ਹੁਣ क्या कांस्टेंट कांस्टेंट का मतलब ਇਹ ਨਹੀਂ ਹੈ ਨਾ ਕਿ ਹਰ ਸਟੇਜ ਤੇ ਇਹਨਾਂ ਦੀ ਪ੍ਰੋਡਕਟ ਦੀ ਜਿਹੜੀ ਵੈਲਿਊ ਆ ਉਹ ਸੇਮ ਹੋਣੀ ਚਾਹੀਦੀ ਹੈ ਆਪਾਂ ਕਿਹਾ ਇਨੀਸ਼ੀਅਲ ਸਟੇਜ ਤੇ ਮੰਨ ਲਓ ਇਹ ਆ ਫਾਈਨਲ ਸਟੇਜ ਦੇ ਉੱਪਰ ਆ ਹੁਣ ਜੇਕਰ ਇਹ ਕਾਂਸਟੈਂਟ ਆ ਤੇ ਆਪਾਂ k ਦੀ ਜਗ੍ਹਾ ਤੇ ਇਹ ਭਰਦੇ ਆ ਕਾਂਸਟੈਂਟ k ਕਿਉਂਕਿ ਆ ਕਾਂਸਟੈਂਟ ਆ ਉਹ ਆਪਾਂ ਕੀ ਲਿਖਿਆ ਵਾ k ਲਿਖਿਆ ਇਹ ਵਾਲੀ ਵੈਲਿਊ ਉੱਪਰ ਭਰ ਦਿੰਦੇ ਆ ਸਾਡੇ ਕੋਲ ਇਕੁਏਸ਼ਨ ਕਿੰਨੇ ਨੰਬਰ ਬਣੇਗੀ इसका इक्वेशन 4th से बनेगी w is equal to k की जगह पे अपना p1 v1 is gamma is equal to p2 v2 gamma करना ठीक है सो सारे को ऊपर वाली इक्वेशन मैथमेटिकली सॉल्व होके बनेगी 1 माइनस गामा
मैं इत्थे थोड़ा सिंपलीफाई कर रहा, सिंपल फॉर्मेट दे विच लिख रहा, तो ये मेरे को आ गई P2 V2 गामा ने ए वाला V2 1 माइनस गामा के पहला इहदे नाल मल्टीप्लाई होएगा ते जदों इहदे नाल मल्टीप्लाई होना फिर मैं 2 वाली वैल्यूज लिखियां माइनस हुण 1 दे नाल मल्टीप्लाई होना के दी वैल्यू ए वाली लिखी P1 V1 गामा ते V1 1 माइनस गामा। हुण देखो बेस सेम V2 V2 पावर ऐड हो जाएगी ते जे पावर ऐड हो जाएगी ते की बनेगा 1 माइनस गामा, ये बनेगा P2 V2 पावर ऐड हो गया गामा प्लस 1 माइनस गामा मतलब पावर 1 हो जाएगी इत्थे P1 V1। सिंपलीफाई करोगे तो ਤੁਹਾਡੇ ਕੋਲ ਕੀ ਆ ਇਹ ਵਾਲਾ ਰਿਜ਼ਲਟ ਆਏਗਾ ਵਰਕ ਡਨ ਦਾ। ਵਰਕ ਡਨ ਇਨ ਐਡੀਆਬੈਟਿਕ ਪ੍ਰੋਸੈਸ ਅਸੀਂ ਕਰ ਰਹੇ ਹਾਂ, ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਆਈ 1/1 ਮਾਈਨਸ ਗਾਮਾ P2 V2 ਮਾਈਨਸ P1 V1। ਮੈਂ ਫਿਰ ਕਹਿ ਰਿਹਾ ਕਿ ਇਹਦੇ ਵਿੱਚ ਬਹੁਤਾ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਆ, ਇਹਦੇ ਵਿੱਚ ਜ਼ਿਆਦਾ ਜਿਹੜੇ ਸਟੈਪ ਆ ਜਿੱਥੋਂ ਤੁਸੀਂ ਕਨਫਿਊਜ਼ ਹੋਣਾ ਉਹ ਸਾਰੇ ਮੈਥਮੈਟੀਕਲ ਸਟੈਪ ਤੇ ਮੈਥਮੈਟੀਕਲ ਸਟੈਪ ਜਿਹੜੇ ਆ ਉਹਦੇ ਵਿੱਚੋਂ ਕੁਝ ਸਟੈਪ ਇਦਾਂ ਦੇ ਆ ਜਿਹੜੇ ਇੱਕ ਪਲੱਸ 2 ਸਾਇੰਸ ਦੇ ਵਿੱਚ ਨੌਨ ਮੈਡੀਕਲ ਦਾ ਬੱਚਾ ਜਿਹੜਾ ਵਾ ਉਹਨਾਂ ਨੂੰ ਸਮਝਦਾ ਵਾ ਵਿਚਾਰਦਾ ਵਾ। ਸੋ ਜਿੰਨਾ ਕੁ ਇੱਕ ਕਨਸੈਪਟ ਨੂੰ ਫਿਜ਼ਿਕਸ ਦੀ ਕਲਾਸ ਦੇ ਵਿੱਚ ਮੈਥਮੈਟੀਕਲ ਕਨਸੈਪਟ ਨੂੰ ਸਮਝਾਇਆ ਜਾ ਸਕਦਾ ਉਹਨਾਂ ਕੁ ਮੈਂ ਟਰਾਈ ਕੀਤੀ ਕਿ ਤੁਹਾਨੂੰ ਬਿਹਤਰ ਸਮਝ ਲੱਗੇ। ਬਾਕੀ ਇਹ ਜਿਹੜੇ ਸਟੈਪ ਤੋਂ ਇਹ ਕਿਵੇਂ ਬਣ ਗਿਆ ਇਹ ਤਾਂ 7th 8th ਦੀਆਂ ਗੱਲਾਂ ਕਿ 7th 8th ਕਲਾਸ ਦਾ ਮੈਥਮੈਟਿਕਸ ਆ ਕਿ ਅਸੀਂ ਇੱਥੋਂ ਇੱਥੇ ਕਿਵੇਂ ਪਹੁੰਚ ਗਏ। ਸੋ ਧਿਆਨ ਦੇ ਨਾਲ ਇਹਨੂੰ ਦੇਖਿਆ ਜਾਵੇ, ਮਤਲਬ ਇਹਦੇ ਤੋਂ ਇਰੀਟੇਟ ਹੋਣ ਦੀ ਜ਼ਰੂਰਤ ਨਹੀਂ ਆ। ਇਹ ਇੱਕ ਸਿੰਪਲ ਕਨਸੈਪਟ ਚੱਲ ਰਹੇ ਆ, ਕੋਈ ਬਹੁਤੀ ਲੰਬੀ ਚੌੜੀ ਰਾਕਟ ਸਾਇੰਸ ਨਹੀਂ ਚੱਲ ਰਹੀ। ਸੋ ਅਸੀਂ ਵਰਕ ਡਨ ਦੀ ਇਸ ਇਕੁਏਸ਼ਨ ਤੱਕ ਪਹੁੰਚ ਚੁੱਕੇ ਹਾਂ ਕਿ ਵਰਕ ਡਨ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਜਦੋਂ ਗੈਸ ਦਾ ਵੋਲੀਅਮ V1 ਤੋਂ V2 ਹੋ ਜਾਂਦਾ ਵਾ ਤੇ ਇਹ ਵਾਲੀ ਜਿਹੜੀ ਆ ਉਹ ਇਕੁਏਸ਼ਨ ਬਣ ਜਾਂਦੀ ਹੈ। ਅਸੀਂ ਇਹਦੇ ਤੋਂ ਅੱਗੇ ਵੀ ਇਕੁਏਸ਼ਨ ਬਣਾਉਨੇ ਆ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ। ਇਕੁਏਸ਼ਨ ਆਈ ਵਰਕ ਇਜ਼ ਇਕੁਅਲ ਟੂ 1 ਮਾਈਨਸ ਗਾਮਾ P2 V2 ਮਾਈਨਸ P1 V1। ਦੇਖੋ ਮੈਥਮੈਟਿਕਲੀ ਰੀਅਰੇਂਜ ਤੇ ਕਰ ਹੀ ਸਕਦੇ ਆ ਆਪਾਂ 1 ਮਾਈਨਸ ਗਾਮਾ ਦੀ ਜਗ੍ਹਾ ਤੇ ਗਾਮਾ ਮਾਈਨਸ 1 ਲਿਖਾਂਗੇ ਤੇ ਇੱਥੇ ਕੀ ਆ P1 ਪਹਿਲਾਂ ਆ ਜਾਏਗਾ P2 ਪਿੱਛੇ ਆ। ਹੁਣ ਦੇਖੋ ਇਹ ਸਾਰੀਆਂ ਮਤਲਬ ਰੀਅਰੇਂਜਮੈਂਟਸ ਆ, ਅਸੀਂ ਰੀਅਰੇਂਜਮੈਂਟ ਕੀਤੀਆਂ ਮੈਥਮੈਟਿਕਸ ਦੇ ਜ਼ਰੀਏ। ਜਿਵੇਂ ਆਈਸੋਥਰਮਲ ਚ ਆਪਾਂ ਨੈਚੁਰਲ ਲੌਗ ਤੇ ਕਾਮਨ ਲੌਗਸ ਦੀਆਂ ਜਿਹੜੀਆਂ ਰੀਅਰੇਂਜਮੈਂਟ ਕੀਤੀਆਂ ਸੀ। ਸੋ ਸਾਡੇ ਕੋਲ ਇਹ ਵਾਲੀ ਇਕੁਏਸ਼ਨ ਆ ਗਈ। ਹੁਣ ਦੇਖੋ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਕੀ ਆ, ਅਸੀਂ ਕਹਿੰਦੇ ਆ ਕਿ ਹੀਟ ਨਹੀਂ ਬਦਲਦੀ, ਟੈਂਪਰੇਚਰ ਚੇਂਜ ਹੋ ਜਾਂਦਾ ਤੇ ਐਡੀਆਬੈਟਿਕ ਦੇ ਵਿੱਚ ਆਪਾਂ ਲਿਖ ਸਕਦੇ ਆ ਫॉर ਐਡੀਆਬੈਟਿਕ। ਆਪਾਂ ਐਡੀਆਬੈਟਿਕ ਦੇ ਵਿੱਚ ਗੈਸ ਇਕੁਏਸ਼ਨ ਨੂੰ ਇਦਾਂ ਲਿਖ ਲੈਂਦੇ ਆ, ਮੰਨ ਲਓ ਪਹਿਲਾਂ ਉਹਦਾ ਪ੍ਰੈਸ਼ਰ P1 ਸੀ, ਵੋਲਿਊਮ V1 ਸੀ ਤੇ ਕਿਹਦੇ ਬਰਾਬਰ ਸੀ ਕਿਸੇ ਟੈਂਪਰੇਚਰ R ਇਕੁਅਲ ਟੂ T1। ਬਾਅਦ ਵਿੱਚ ਕੁਝ ਸਮੇਂ ਬਾਅਦ ਉਹਦਾ ਪ੍ਰੈਸ਼ਰ P2 ਹੋ ਗਿਆ, ਵੋਲਿਊਮ V2 ਹੋ ਗਿਆ ਤੇ ਫਿਰ ਟੈਂਪਰੇਚਰ ਕੀ ਹੈ, ਟੈਂਪਰੇਚਰ ਵੀ ਚੇਂਜ ਹੋ ਜਾਏਗਾ ਕਿਉਂਕਿ ਐਡੀਆਬੈਟਿਕ ਦੇ ਵਿੱਚ ਟੈਂਪਰੇਚਰ ਚੇਂਜ ਹੋ ਸਕਦਾ। ਪਹਿਲਾਂ ਮੈਂ ਕੀ ਲਿਖਿਆ ਸੀ, ਪਹਿਲਾਂ ਮੈਂ ਲਿਖਿਆ ਸੀ PV ਗਾਮਾ is equal to constant। ਇਹ ਵੀ ਐਡੀਆਬੈਟਿਕ ਗੈਸ ਇਕੁਏਸ਼ਨ ਆ ਤੇ ਜੇ ਬੇਸਿਕਲੀ ਅਸੀਂ ਐਡੀਆਬੈਟਿਕ ਪ੍ਰੋਸੈਸ ਨੂੰ ਸਮਝੀਏ ਕਿ ਇਹਦੇ ਵਿੱਚ ਟੈਂਪਰੇਚਰ ਦਾ ਚੇਂਜ ਹੋ ਹੀ ਸਕਦਾ ਤੇ ਜੇ ਟੈਂਪਰੇਚਰ ਚੇਂਜ ਹੋ ਸਕਦਾ ਤੇ RT1 ਕਿਸੇ ਸਟੇਜ ਤੇ ਜਦੋਂ ਪ੍ਰੈਸ਼ਰ P1 ਦਾ ਵੋਲਿਊਮ V1 ਦਾ ਟੈਂਪਰੇਚਰ T1। ਹੁਣ ਪ੍ਰੈਸ਼ਰ ਵੋਲਿਊਮ ਚੇਂਜ ਹੋ ਗਿਆ RT2 ਇਸ ਤਰੀਕੇ ਨਾਲ ਹੋ ਗਿਆ, ਠੀਕ ਆ। ਸੋ P1 V1 ਦੀ ਜਗ੍ਹਾ ਤੇ RT1, P2 V2 ਦੀ ਜਗ੍ਹਾ ਤੇ RT2 ਇਸ ਇਕੁਏਸ਼ਨ ਦੇ ਵਿੱਚ ਤੇ ਵਰਕ ਕੀ ਬਣ ਜਾਏਗਾ R ਸੀ ਕਾਮਨ ਲੈ ਲੈਂਦੇ ਆ ਗਾਮਾ -1 T1 T2। ਇਹ ਵੀ ਸਾਡੀ ਕੀ ਆ ਵਰਕ ਡਨ ਦੀ ਇਕੁਏਸ਼ਨ। ਹੁਣ ਕਿਸੇ ਨੂਮੈਰੀਕਲ ਦੇ ਵਿੱਚ ਵਰਕ ਦੀ ਇਹ ਵਾਲੀ ਇਕੁਏਸ਼ਨ ਯੂਜ਼ ਹੁੰਦੀ ਆ ਜਾਂ ਟੈਂਪਰੇਚਰ ਦੇ ਨਾਲ ਰਿਲੇਟਡ ਯੂਜ਼ ਹੁੰਦੀ ਆ। ਇਹ ਤੇ ਉਸ ਨੂਮੈਰੀਕਲਸ ਦੀਆਂ ਗਿਵਨ ਕੁਆਂਟੀਟੀਜ਼ ਹੀ ਡਿਸਾਈਡ ਕਰਨਗੀਆਂ ਕਿ ਉਹ ਨੂਮੈਰੀਕਲ ਕਿਵੇਂ ਜਿਹੜਾ ਵਾ ਸਿੰਪਲੀਫਾਈ ਜਾਂ ਸੋਲਵ ਕੀਤਾ ਜਾ ਸਕਦਾ ਵਾ।
ਅਸੀਂ ਇਹਦੇ ਵਿੱਚ ਸਪੈਸ਼ਲ ਕੇਸ ਦੇਖਦੇ ਹਾਂ। ਜਿਵੇਂ ਸਾਡੇ ਕੋਲ ਇਕੁਏਸ਼ਨ ਆ ਗਈ ਆ r γ -1 t1 -t2। ਸਪੈਸ਼ਲ ਕੇਸ ਦੇ ਵਿੱਚ ਕੀ ਆ, ਜਦੋਂ ਅਸੀਂ ਕਹਿੰਦੇ ਆ t1 ਵੱਡਾ ਵਾ t2 ਦਾ, ਮਤਲਬ ਇਨੀਸ਼ੀਅਲ ਟੈਂਪਰੇਚਰ ਜਿਹੜਾ ਵਾ ਫਾਈਨਲ ਟੈਂਪਰੇਚਰ ਦੇ ਨਾਲੋਂ ਜ਼ਿਆਦਾ, ਫਿਰ ਮੈਥਮੈਟਿਕਲੀ ਇਹ ਵਾਲੀ ਇਕੁਏਸ਼ਨ ਕੀ ਬਣੇਗੀ, ਪੋਜ਼ਿਟਿਵ ਬਣੇਗੀ, ਵਰਕ ਪੋਜ਼ਿਟਿਵ ਬਣੇਗਾ। ਇਹਦਾ ਮਤਲਬ ਜਦੋਂ ਵਰਕ ਪੋਜ਼ਿਟਿਵ ਹੋਏਗਾ, ਜਿਵੇਂ ਅਸੀਂ ਇਹ ਕੇਸ ਨੂੰ ਡਿਸਕਸ ਕੀਤਾ, ਸਿਸਟਮ ਜਿਹੜਾ ਵਾ ਉਹ ਐਕਸਪੈਂਡ ਹੋਇਆ। ਸਿਸਟਮ ਮਤਲਬ ਵਰਕ ਡਨ ਬਾਈ ਦਾ ਗੈਸ। ਜਦੋਂ ਵਰਕ ਡਨ ਬਾਈ ਦਾ ਗੈਸ ਮਤਲਬ ਉਹਨੇ ਆਪਣੇ ਆਪ ਗਰਮ ਹੋ ਕੇ ਆਪਣਾ ਵੋਲੀਅਮ ਵਧਾ ਲਿਆ, ਉਹਨੂੰ ਅਸੀਂ ਪੋਜ਼ਿਟਿਵ ਮੰਨਦੇ ਹਾਂ ਸਾਈਨ ਕਨਵੈਂਸ਼ਨ ਦੇ ਵਿੱਚ। ਹੁਣ ਦੇਖੋ ਉਸ ਗੈਸ ਨੇ ਵਰਕ ਕਰਕੇ ਆਪਣਾ ਵੋਲੀਅਮ ਜਿਹੜਾ ਵਾ ਉਹ ਵਧਾ ਲਿਆ। ਜਦੋਂ ਵੋਲੀਅਮ ਵਧਾ ਲਿਆ ਅਸੀਂ ਕਿਹਾ ਵਰਕ ਪੋਜ਼ਿਟਿਵ। ਹੁਣ ਵੋਲੀਅਮ ਦਾ ਵਧਣਾ ਮਤਲਬ ਵਰਕ ਹੋਇਆ। ਵਰਕ ਕੰਜ਼ਰਵੇਸ਼ਨ ਦੇ ਰੂਲ ਮੁਤਾਬਕ ਵਰਕ ਹੋਇਆ ਵਾ, ਵਰਕ ਹੋਣ ਵਾਸਤੇ એનર્ਜੀ ਚਾਹੀਦੀ ਆ। એનર્ਜੀ ਕਿੱਥੋਂ ਆਉਣੀ ਆ? એનર્ਜੀ ਤੇ ਹੀਟ ਦੇ ਰੂਪ ਵਿੱਚ ਹੀ ਸਪਲਾਈ ਹੋਣੀ ਆ। ਇਹਦਾ ਮਤਲਬ ਹੀਟ એનર્ਜੀ ਸਪਲਾਈ ਹੋਈ ਤੇ ਗੈਸ ਨੇ ਵਰਕ ਕੀਤਾ। ਗੈਸ ਨੇ ਵਰਕ ਕੀਤਾ ਤੇ ਆਪਣਾ ਵੋਲੀਅਮ ਵਧਾ ਲਿਆ। ਹੁਣ ਉਹ એનર્ਜੀ ਜਿਹੜੀ ਯੂਜ਼ ਹੋਈ ਆ, ਹੀਟ, ਉਹ ਕੀ ਆ, ਹੀਟ ਤੇ ਯੂਜ਼ ਹੋ ਗਈ। ਇਹਦਾ ਮਤਲਬ ਕੀ ਹੈ, ਟੈਂਪਰੇਚਰ ਘਟਣਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਜਦੋਂ ਅਸੀਂ ਕਹਿੰਦੇ ਆ ਕਿ ਵਰਕ ਡਨ ਗੈਸ ਕਰਦੀ ਪਈ ਆ ਤੇ ਗੈਸ ਨੇ ਹੀਟ ਕੋਲੋਂ એનર્ਜੀ ਲੈ ਕੇ ਵਰਕ ਕੀਤਾ, ਤੇ ਜਦੋਂ ਹੀਟ ਕੋਲੋਂ એનર્ਜੀ ਲਈ, ਇਹਦਾ ਮਤਲਬ ਹੀਟ ਯੂਜ਼ ਹੋਈ, ਤੇ ਜੇ ਹੀਟ ਯੂਜ਼ ਹੋਈ ਇਹਦਾ ਮਤਲਬ ਟੈਂਪਰੇਚਰ ਘਟੇਗਾ, ਫਾਈਨਲ ਟੈਂਪਰੇਚਰ ਜਿਹੜਾ ਵਾ ਉਹ ਘਟੇਗਾ। ਇਸ ਦੇ ਵਿੱਚ ਅਸੀਂ ਕੀ ਕਰਦੇ ਆ, ਜਦੋਂ ਟੈਂਪਰੇਚਰ T2 ਵੱਡਾ ਹੋਏਗਾ T1 ਦੇ ਨਾਲ, T2 ਫਾਈਨਲ ਟੈਂਪਰੇਚਰ T1 ਦੇ ਨਾਲੋਂ ਵੱਡਾ ਉਦੋਂ ਹੀ ਹੋ ਸਕਦਾ ਵਾ ਜਦੋਂ ਅਸੀਂ ਕਿਸੇ ਗੈਸ ਨੂੰ ਕੰਪਰੈਸ ਕਰਦੇ ਹਾਂ। ਜਦੋਂ ਕੰਪਰੈਸ ਕਰਾਂਗੇ ਇਹਦਾ ਮਤਲਬ ਵਰਕ ਡਨ ਹੋਇਆ ਵਾ ਔਨ ਦਾ ਗੈਸ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ। ਇੱਕ ਸ਼ਬਦ ਆ ਵਰਕ ਡਨ ਬਾਈ ਦਾ ਗੈਸ। ਜਦੋਂ ਗੈਸ ਵਰਕ ਕਰੇਗੀ ਤੇ ਗੈਸ ਨੇ ਵਰਕ ਹੀਟ ਕੋਲੋਂ એનર્ਜੀ ਲੈ ਕੇ ਹੀ ਕਰਨਾ, ਇਹਦਾ ਮਤਲਬ ਫਾਈਨਲ ਟੈਂਪਰੇਚਰ ਡਾਊਨ ਜਾਣਾ। ਜਦੋਂ ਤੁਸੀਂ ਵਰਕ ਡਨ ਔਨ ਦਾ ਗੈਸ ਕਰੋਗੇ ਤੇ ਔਨ ਦਾ ਗੈਸ ਦੇ ਵਿੱਚ ਫਾਈਨਲ ਟੈਂਪਰੇਚਰ ਵਧੇਗਾ। ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਐਡੀਆਬੈਟਿਕ ਪ੍ਰੋਸੈਸ ਜਿਹੜਾ ਵਾ ਉਹਦੇ ਵਿੱਚ ਇਹ ਕਨਸੈਪਟ ਆ ਹੀਟ ਕਨਸਟੈਂਟ ਰੱਖਣ ਦਾ, ਕਿ ਹੀਟ ਜਿਹੜੀ ਆ ਨਾ ਤੇ ਸਿਸਟਮ ਦੇ ਵਿੱਚ ਬਾਹਰੋਂ ਆਉਣ ਦੇਣੀ ਆ ਤੇ ਨਾ ਸਿਸਟਮ ਦੇ ਵਿੱਚੋਂ ਬਾਹਰ ਜਾਣ ਦੇਣੀ ਆ। ਹੀਟ ਨੂੰ ਇੱਕ ਕਨਸਟੈਂਟ ਮੇਨਟੇਨ ਕਰਕੇ ਰੱਖਣਾ। ਜੇ ਸਪਲਾਈ ਹੀਟ ਹੋ ਰਹੀ ਆ ਕਿਸੇ ਸੋਰਸ ਦੇ ਜ਼ਰੀਏ ਸਿਸਟਮ ਨੂੰ ਹੀਟ ਦਿੱਤੀ ਜਾ ਰਹੀ ਆ, ਇਹਦਾ ਮਤਲਬ ਉਹ ਜਿਹੜੀ ਦਿੱਤੀ ਜਾ ਰਹੀ ਹੀਟ ਵਰਕ ਕਰਵਾ ਰਹੀ ਆ ਤੇ ਸਿਸਟਮ ਦੇ ਵਿੱਚ ਉਹ ਹੀਟ ਕੀ ਆ, ਉਹ ਕਨਸਟੈਂਟ ਰਹਿ ਰਹੀ ਆ। ਸੋ ਇਹ ਸੀ ਸਾਡਾ ਐਡੀਆਬੈਟਿਕ ਤੇ ਆਈਸੋਥਰਮਲ ਦਾ ਜਿਹੜਾ ਵਰਕ ਡਨ ਆ। ਇਸ ਤੋਂ ਬਾਅਦ ਵਿੱਚ ਅਸੀਂ ਦੇਖਦੇ ਆ ਜਿਹੜੇ ਸਾਡੇ ਦੋ ਸਿਸਟਮ ਰਹਿ ਗਏ ਆ, ਆਈਸੋਬੈਰਿਕ ਤੇ ਆਈਸੋਕੋਰਿਕ ਸਿਸਟਮ ਦੇ ਵਿੱਚ ਵਰਕ ਡਨ ਕਿਵੇਂ ਹੁੰਦਾ। ਹੁਣ ਅਸੀਂ ਡਿਸਕਸ ਕਰਦੇ ਆ ਵਰਕ ਡਨ ਇਨ ਆਈਸੋਬੈਰਿਕ ਪ੍ਰੋਸੈਸ। ਮੰਨ ਲਓ ਜਦੋਂ ਅਸੀਂ ਗੱਲ ਕਰਦੇ ਆ ਕਿ ਵਰਕ ਡਨ ਇਨ ਆਈਸੋਬੈਰਿਕ ਮਤਲਬ ਜਿਹੜਾ ਕਾਂਸਟੈਂਟ ਪ੍ਰੈਸ਼ਰ ਵਾਲਾ ਪ੍ਰੋਸੈਸ ਆ। ਕਾਂਸਟੈਂਟ ਪ੍ਰੈਸ਼ਰ ਹੋਏਗਾ ਤੇ ਸਾਨੂੰ ਪਤਾ ਵਾ ਕਿ ਵੋਲੀਅਮ ਤੇ ਚੇਂਜ ਹੋਏਗੀ। ਹੁਣ ਵਰਕ ਡਨ ਦਾ ਫਾਰਮੂਲਾ ਅਸੀਂ ਕੀ ਦੇਖਿਆ, PdV। ਜੇ ਅਸੀਂ ਕਹਿੰਦੇ ਆ ਕਿ ਵੋਲੀਅਮ ਪ੍ਰੈਸ਼ਰ ਕਾਂਸਟੈਂਟ ਆ, ਇਹਦਾ ਮਤਲਬ ਵੋਲੀਅਮ, dV ਮਤਲਬ ਚੇਂਜ, ਕੋਈ ਨਾ ਕੋਈ ਵੋਲੀਅਮ ਦੀ ਚੇਂਜ ਤੇ ਹੋਏਗੀ। ਵਰਕ ਡਨ ਜਿਹੜਾ ਵਾ ਉਹ ਅਸੀਂ ਇਸ ਤਰੀਕੇ ਨਾਲ ਆਈਸੋਬੈਰਿਕ ਦੇ ਵਿੱਚ ਲਿਖਦੇ ਆ। ਮਤਲਬ ਮੇਰੇ ਕਹਿਣ ਦਾ ਕਿ ਆਈਸੋਬੈਰਿਕ ਪ੍ਰੋਸੈਸ ਦੇ ਵਿੱਚ ਜੇਕਰ ਅਸੀਂ ਥਰਮੋਡਾਇਨਾਮਿਕਸ ਦਾ ਫਸਟ ਲਾ ਸੋਚੀਏ, ਫਸਟ ਲਾ ਆਫ ਥਰਮੋਡਾਇਨਾਮਿਕਸ, ਫਸਟ ਲਾ ਆਫ ਥਰਮੋਡਾਇਨਾਮਿਕਸ ਕੀ ਕਹਿੰਦਾ, ਜਿੰਨੀ ਤੁਸੀਂ ਹੀਟ ਦਿੰਦੇ ਹੋ ਉਹ ਕੀ ਆ, ਜਾਂ ਇੰਟਰਨਲ એનર્ਜੀ ਚੇਂਜ ਕਰਦੀ ਆ ਜਾਂ ਵਰਕ। ਸੋ ਫਸਟ ਲਾ ਆਫ ਥਰਮੋਡਾਇਨਾਮਿਕਸ ਦੇ ਮੁਤਾਬਕ ਆਈਸੋਬੈਰਿਕ ਪ੍ਰੋਸੈਸ ਦੇ ਵਿੱਚ ਜਿੰਨੀ ਤੁਸੀਂ ਹੀਟ ਦੇ ਰਹੇ ਹੋ ਉਹ ਵਰਕ ਵੀ ਕਰਵਾ ਰਹੀ ਆ ਤੇ ਇੰਟਰਨਲ એનર્ਜੀ ਵੀ ਚੇਂਜ ਕਰ ਰਹੀ ਆ। ਤੇ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਵਰਕ ਡਨ ਇਨ ਆਈਸੋਕੋਰਿਕ ਪ੍ਰੋਸੈਸ, मतलब वॉल्यूम कांस्टेंट,
ਵੋਲੀਅਮ ਕਨਸਟੈਂਟ। ਹੁਣ ਦੇਖੋ ਜਦੋਂ ਵੋਲੀਅਮ ਕਨਸਟੈਂਟ ਆ ਉਦੋਂ ਤੇ ਵਰਕ ਤੇ ਜ਼ੀਰੋ ਹੋਏਗਾ ਕਿਉਂਕਿ ਵਰਕ ਦੀ ਇਕੁਏਸ਼ਨ ਕੀ ਆ ਪੀਡੀ ਤੇ ਮਤਲਬ ਚੇਂਜ ਇਨ ਵੋਲੀਅਮ ਜ਼ੀਰੋ, ਇਹਦਾ ਮਤਲਬ ਵਰਕ ਵੀ ਜ਼ੀਰੋ। ਤੇ ਥਰਮੋਡਾਇਨਾਮਿਕਸ ਦਾ ਪਹਿਲਾ ਨਿਯਮ ਕਹਿੰਦਾ ਕਿ ਜਿੰਨੀ ਤੁਸੀਂ એનર્ਜੀ ਦੇ ਰਹੇ ਹੋ ਸਾਰੀ ਦੀ ਸਾਰੀ એનર્ਜੀ ਕੀ ਕਰ ਰਹੀ ਆ, ਇੰਟਰਨਲ એનર્ਜੀ ਚੇਂਜ ਕਰ ਰਹੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਵਰਕ ਆ ਉਹ ਕੀ ਆ ਜ਼ੀਰੋ ਆ, ਇਹ ਨਹੀਂ ਬਣੇਗਾ। ਸੋ ਇਹ ਸਨ ਸਾਡੇ ਵਰਕ ਡਨ ਜਿਹੜੇ ਅਸੀਂ ਚਾਰੋਂ ਸਿਸਟਮ ਦੇ ਵਿੱਚ ਸਟੱਡੀ ਕੀਤੀ। ਇਸ ਤੋਂ ਬਾਅਦ ਵਿੱਚ ਅਸੀਂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਸੋ ਧੰਨਵਾਦ।